किताब ते सिख भी निगलिया गया। लेखक कुलबीर सिंह कौड़ा। भाग चौथा। आवाज भाई गुरजंट सिंह रूपवाली। सिख धर्म बारे। सिख कौम भी खत्रियां विचों ही बनी सी। 10 ਦੇ 10 गुरु सहबान खत्री ही होए ਹਨ। नवां धर्म सी। लुस लुस करदी नवीं नकोर जीवन जाच सी। फट हिंदू खत्री ब्राह्मण दे सड़े होए ते बो मारदे 5000 साल पुराने निगर चुके ते भ्रिष्ट हो चुके हिंदू रस्मां रिवाजां तो खैड़ा छुड़ा के सिੱਖੀ विच शामिल हो गए। हिंदू खत्री उत्तरी भारत विच बहुत सोहनी जवान ते अमीर जाति दे नां नाल जानी जांदी कौम है। जैन ते बाणियां नूं छड्ड के पूरे भारत विच ਇਹ अमीर लोग ਹਨ। ਆਰੀਆ ਦੇ ਆਉਣ ਤੋਂ ਹੀ ਜਾਂ ਤਾਂ ਇਹਨਾਂ ਦਾ ਰਾਜ ਰਿਹਾ ਜਾਂ ਇਹ ਸਰਕਾਰ ਦੇ ਬੜਾ ਨਜ਼ਦੀਕ ਰਹੇ। ਰਾਜ ਭਾਵੇਂ ਬੋਧੀਆਂ ਦਾ ਹੋਵੇ, ਤੁਰਕ, ਪਠਾਨ, ਮੁਸਲਮਾਨ, ਯੂਨਾਨੀ, ਸ਼ਕ, ਹੂਣ ਤੇ ਭਾਵੇਂ ਅੰਗਰੇਜ਼ਾਂ ਦਾ ਹੋਵੇ, ਇਹ ਲੋਕ ਸਦਾ ਉੱਚੇ ਸਰਕਾਰੀ ਅਹੁਦਿਆਂ ਤੇ ਰਹੇ ਹਨ ਤੇ ਬੜੇ ਸਫਲ ਵਪਾਰੀ ਵੀ ਰਹੇ ਹਨ। ਆਪਣੀ ਉન્નਤੀ ਦੇ ਰਾਹ ਵਿੱਚ ਇਹਨਾਂ ਨੇ ਕਦੇ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਗੁਰੂ ਨਾਨਕ ਜੀ ਅਤੇ ਬਾਕੀ ਦੇ 9 ਗੁਰੂ ਵੀ ਇਸੇ ਜਾਤੀ ਵਿੱਚੋਂ ਹੀ ਸਨ। ਇਸੇ ਤਰ੍ਹਾਂ ਇਹਨਾਂ ਨੇ ਸਿਰਫ ਵਪਾਰ ਤੇ ਰਾਜ ਭਾਗ ਹੀ ਨਹੀਂ, ਰੂਹਾਨੀਅਤ ਦੇ ਖੇਤਰ ਵਿੱਚ ਵੀ ਬਹੁਤ ਵੱਡੇ ਮਾਰ ਕੇ ਮਾਰੇ ਹਨ। ਗੁਰੂ ਨਾਨਕ ਜੀ ਨੇ ਇੱਕ ਐਸੇ ਧਰਮ ਦੀ ਨੀਂਹ ਰੱਖੀ ਜਿਹੜਾ ਇਸ ਜਾਤੀ ਨੂੰ ਬਹੁਤ ਹੀ ਪਸੰਦ ਆਇਆ। ਇਹ ਆਪ ਤਾਂ ਇਸ ਧਰਮ ਵਿੱਚ ਸ਼ਾਮਲ ਹੋਏ ਹੀ, ਇਹਨਾਂ ਨੇ ਇਸ ਧਰਮ ਦਾ ਪ੍ਰਚਾਰ ਵੀ ਬਹੁਤ ਦੂਰ ਦੁਰਾਡੇ ਦੇ ਮੁਲਕਾਂ ਵਿੱਚ ਕੀਤਾ, ਕਿਉਂਕਿ ਵਪਾਰੀ ਹੋਣ ਕਰਕੇ ਇਹ ਜਿਹੜੇ ਮੁਲਕ ਵਿੱਚ ਗਏ ਉੱਥੇ ਹੀ ਧਰਮ ਦਾ ਪ੍ਰਚਾਰ ਵੀ ਕਰੀ ਗਏ। ਗੁਰੂ ਨਾਨਕ ਜੀ ਦੇ ਵੇਲੇ ਇਸਲਾਮ ਦਾ ਰਾਜ ਸੀ ਤੇ ਚਨਾਹ ਦਰਿਆ ਤੋਂ ਪਰਲੇ ਪਾਸੇ ਦਾ ਸਾਰਾ ਇਲਾਕਾ ਲਗਭਗ ਮੁਸਲਮਾਨ ਹੋ ਚੁੱਕਾ ਸੀ। ਇਸਲਾਮ ਦੇ ਫੈਲਾਅ ਕਰਕੇ ਕਰਮ ਕਾਂਡਾਂ ਨਾਲ ਲੱਥਪੱਥ ਹਿੰਦੂ ਧਰਮ, ਜਿਸ ਤੇ 33 ਕਰੋੜ ਦੇਵਤੇ, ਕਈ ਦੇਵੀਆਂ, ਠਾਕੁਰ ਤੇ ਹੋਰ ਪਤਾ ਨਹੀਂ ਕਿੰਨੇ ਅਵਤਾਰ ਹਨ। ਮੁਸਲਮਾਨਾਂ ਦੇ ਇੱਕ ਅੱਲਾ ਵਾਲੇ ਧਰਮ ਅੱਗੇ ਦਿਨੋਂ ਦਿਨ ਢਿੱਲਾ ਪੈਂਦਾ ਜਾ ਰਿਹਾ ਸੀ ਤੇ ਸਾਹ ਸਤਹੀਣ ਹੋ ਕੇ ਮੁਸਲਮਾਨ ਧਰਮ ਵਿੱਚ ਹੀ ਵਿਲੀਨ ਹੁੰਦਾ ਜਾ ਰਿਹਾ ਸੀ, ਜਿਵੇਂ ਅੱਜ ਸਿੱਖ ਹਿੰਦੂ ਧਰਮ ਵਿੱਚ ਵਿਲੀਨ ਹੁੰਦਾ ਜਾ ਰਿਹਾ। ਮੁਸਲਮਾਨਾਂ ਦੇ ਧਾਰਮਿਕ ਤਰਕ ਇੰਨੇ ਮਜ਼ਬੂਤ ਤੇ ਮੰਨਣਯੋਗ ਸਨ ਕਿ ਹਿੰਦੂਆਂ ਨੂੰ ਆਪਣੇ ਧਰਮ ਨਾਲ ਹੀ ਘਿਰਣਾ ਹੋਣ ਲੱਗ ਪਈ ਸੀ। ਆਮ ਮੁਸਲਮਾਨ ਲੋਕ ਵੀ ਹਿੰਦੂਆਂ ਨੂੰ ਮਜ਼ਾਕ ਕਰਨੋਂ ਨਹੀਂ ਸਨ ਟਲਦੇ ਤੇ ਵੱਡੇ ਤੋਂ ਵੱਡੇ ਪੰਡਿਤ ਕੋਲ ਵੀ ਮੁਸਲਮਾਨਾਂ ਦੀਆਂ ਟਕੋਰਾਂ ਦਾ ਕੋਈ ਜਵਾਬ ਨਹੀਂ ਸੀ ਹੁੰਦਾ। ਗੁਰੂ ਨਾਨਕ ਨੇ ਇੱਕ ਐਸੇ ਰੱਬ ਦਾ ਸੰਕਲਪ ਦਿੱਤਾ ਜਿਹੜਾ ਹਿੰਦੂਆਂ ਤੇ ਇਥੋਂ ਤੱਕ ਕਿ ਮੁਸਲਮਾਨਾਂ ਦੇ ਧਰਮ ਤੇ ਵੀ ਸਿੱਧੀ ਚੋਟ ਕਰਦਾ ਸੀ। ਸਗੋਂ ਮੁਸਲਮਾਨ ਗੁਰੂ ਨਾਨਕ ਦੇ ਤਰਕਾਂ ਅੱਗੇ ਛਿੱਬੇ ਪੈਂਦੇ ਸਨ ਤੇ ਹਰ ਵਾਦ ਵਿਵਾਦ ਵਿੱਚ ਮੁਸਲਮਾਨਾਂ ਨੂੰ ਹਾਰ ਮੰਨਣੀ ਪੈਂਦੀ ਸੀ। ਸਿੱਖ ਧਰਮ ਦੀ ਇਸ ਚੜ੍ਹਦੀ ਕਲਾ ਨੂੰ ਵੇਖ ਕੇ ਪੰਜਾਬ ਦੇ ਹਿੰਦੂ ਨੇ ਫਟ ਸਿੱਖ ਧਰਮ ਗ੍ਰਹਿਣ ਕਰ ਲਿਆ। ਭਾਵੇਂ ਕਿ ਸਿੱਖ ਧਰਮ ਜਾਤੀਵਾਦ ਤੇ ਸਿੱਧੀ ਚੋਟ ਕਰਦਾ ਹੈ, ਪਰ ਰੋਜ਼-ਰੋਜ਼ ਦੀ ਸ਼ਰਮਿੰਦਗੀ ਉਠਾਉਣ ਨਾਲੋਂ ਪੰਜਾਬੀ ਖੱਤਰੀ ਨੂੰ ਸਿੱਖ ਬਣਨਾ ਜ਼ਿਆਦਾ ਚੰਗਾ ਲੱਗਾ। ਪੰਜਾਬ ਦੀਆਂ ਹੋਰ ਜਾਤੀਆਂ ਅਜੇ ਖੁੱਲ੍ਹ ਕੇ ਸਿੱਖੀ ਵਿੱਚ ਨਹੀਂ ਸਨ ਆਈਆਂ, ਇਸ ਲਈ ਖੱਤਰੀ ਹੀ ਸਿੱਖੀ ਵਿੱਚ ਮੋਹਰੀ ਸਨ। ਗੁਰੂਆਂ ਤੋਂ ਇਲਾਵਾ ਹੋਰ ਵੀ ਕਈ ਖੱਤਰੀ ਸਿੱਖ ਧਰਮ ਵਿੱਚ ਬੜੇ ਸਤਿਕਾਰਯੋਗ ਹਨ, ਜਿਵੇਂ ਭਾਈ ਗੁਰਦਾਸ ਭੱਲਾ ਜੀ ਦੀਆਂ ਵਾਰਾਂ ਬਾਣੀ ਵਾਂਗ ਹੀ ਸਤਿਕਾਰਤ ਹਨ ਤੇ ਉਹਨਾਂ ਦੀ ਬਾਣੀ ਨੂੰ ਬਾਣੀ ਦੀ ਕੁੰਜੀ ਕਿਹਾ ਗਿਆ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਖੱਤਰੀਆਂ ਦੀਆਂ 70 ਗੋਤਾਂ ਦਾ ਵੀ ਜ਼ਿਕਰ ਕੀਤਾ ਹੈ। ਉਦੋਂ ਤੱਕ ਲਗਭਗ 80% ਖੱਤਰੀ ਸਿੱਖੀ ਵਿੱਚ ਪ੍ਰਵੇਸ਼ ਕਰ ਚੁੱਕੇ ਸਨ ਤੇ ਸਿੱਖੀ ਵਿੱਚ ਆਉਣ ਤੇ ਬੜਾ ਮਾਣ ਮਹਿਸੂਸ ਕਰਦੇ ਸਨ। ਸਿੱਖ ਧਰਮ ਦੀਆਂ ਪੁਰਾਤਨ ਕਿਤਾਬਾਂ ਜਿਵੇਂ ਕਿ ਗੁਰਬਿਲਾਸ ਪਾਤਸ਼ਾਹੀ 10ਵੀਂ, ਗੁਰਬਿਲਾਸ ਪਾਤਸ਼ਾਹੀ 6ਵੀਂ, ਗੁਰਬਿਲਾਸ ਸੁੱਖਾ ਸਿੰਘ, ਸੂਰਜ ਪ੍ਰਕਾਸ਼ ਪਰਚੀਆਂ 1708 ਪੜ੍ਹਨ ਤੋਂ ਇਹੋ ਹੀ ਪਤਾ ਲੱਗਦਾ ਹੈ ਕਿ ਹਿੰਦੂ ਖੱਤਰੀ ਸਿੱਖੀ ਵਿੱਚ ਸਭ ਤੋਂ ਅੱਗੇ ਸਨ। ਸਿੱਖੀ ਦੇ ਵਿਕਾਸ ਨੇ ਚੜ੍ਹੇ ਆਉਂਦੇ ਇਸਲਾਮ ਦੇ ਹੜ੍ਹ ਅੱਗੇ ਇੱਕ ਮਜ਼ਬੂਤ ਬੰਨ੍ਹ ਦਾ ਕੰਮ ਕੀਤਾ ਤੇ ਮੁਸਲਮਾਨ ਹਾਕਮਾਂ ਦੇ ਜ਼ੁਲਮਾਂ ਨੂੰ ਦਲੇਰੀ ਨਾਲ ਬਿਆਨਣ ਤੋਂ ਇਲਾਵਾ ਉਸ ਦਾ ਵਿਰੋਧ ਵੀ ਕੀਤਾ। ਗੁਰੂ ਨਾਨਕ ਜੀ ਨੇ ਬਾਬਰ ਬਾਦਸ਼ਾਹ ਬਾਰੇ ਕਿਹਾ, ਪਾਪ ਕੀ ਜਾਂਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਰਾਜੇ ਸ਼ੀ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ। ਤੇ ਪਰਮਾਤਮਾ ਨਾਲ ਵੀ ਗਿਲਾ ਕੀਤਾ ਤੇ ਕਿਹਾ, ਏਤੀ ਮਾਰ ਪਈ ਕੁਰਲਾਣੈ,
ਤੈ ਕੀ ਦਰਦ ਨ ਆਇਆ। ਗੁਰੂ ਜੀ ਨੇ ਆਮ ਜਨਤਾ ਨੂੰ ਸੰਬੋਧਨ ਕਰਕੇ ਕਿਹਾ, ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਨਾਨਕ ਨੇ ਬ੍ਰਾਹਮਣ ਵੱਲੋਂ ਖਾਣ ਪੀਣ ਤੇ ਲਾਈਆਂ ਹੋਈਆਂ ਸਾਰੀਆਂ ਪਾਬੰਦੀਆਂ ਚੁੱਕ ਦਿੱਤੀਆਂ ਤੇ ਕਿਹਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਐ, ਮਨ ਮੈਂ ਚੱਲੇ ਵਿਕਾਰ। ਕੱਪੜਾ ਕਿੱਦਾਂ ਦਾ ਪਾਉਣਾ ਹੈ, ਸਵਾਰੀ ਕਿਸ ਚੀਜ਼ ਦੀ ਕਰਨੀ ਹੈ, ਕਿਸ ਤਰ੍ਹਾਂ ਰਹਿਣਾ, ਕਿਸ ਤਰ੍ਹਾਂ ਬਹਿਣਾ, ਇਸ ਬਾਰੇ ਗੁਰੂ ਜੀ ਨੇ ਪੂਰੀ ਖੁੱਲ੍ਹ ਦੇ ਦਿੱਤੀ ਤੇ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਸਰੀਰ ਨੂੰ ਆਰਾਮ ਪਹੁੰਚੇ ਤੇ ਸੁਵਿਧਾ ਹੋਵੇ, ਉਸੇ ਤਰ੍ਹਾਂ ਹੀ ਕਰੋ। ਜਨੇਊ ਪਾਉਣਾ, ਵਰਤ ਰੱਖਣੇ, ਮਰੇ ਤੇ ਸਿਰ ਮਨਾਉਣਾ, ਸਰਾਧ ਕਰਨੇ ਤੇ ਹੋਰ ਕਰਮ ਕਾਂਡ ਕਰਨੇ, ਇੱਥੋਂ ਤੱਕ ਕਿ ਤੀਰਥਾਂ ਤੇ ਜਾਣਾ ਆਦਿ ਵੀ ਸਿੱਖ ਧਰਮ ਵਿੱਚ ਕੋਈ ਮਹੱਤਵ ਨਹੀਂ ਰੱਖਦੇ। ਸਦੀਆਂ ਤੋਂ ਬ੍ਰਾਹਮਣ ਦੇ ਕਰਮ ਕਾਂਡਾਂ ਦੇ ਸਤਾਏ ਹੋਏ ਖੱਤਰੀਆਂ ਨੂੰ ਸਿੱਖ ਧਰਮ ਵਿੱਚ ਆ ਕੇ ਬਹੁਤ ਰਾਹਤ ਮਹਿਸੂਸ ਹੋਈ। ਦੂਜੀ ਗੱਲ ਇਹ ਸੀ ਕਿ ਖੱਤਰੀ ਕਿਸੇ ਵੀ ਰੂਪ ਵਿੱਚ ਸਿੱਖ ਧਰਮ ਵਿੱਚ ਆ ਸਕਦੇ ਸਨ। ਇਸ ਤਰ੍ਹਾਂ ਸਿੱਖੀ ਵਿੱਚ ਆਉਣਾ ਉਹਨਾਂ ਨੂੰ ਧਰਮ ਪਰਿਵਰਤਨ ਵੀ ਨਹੀਂ ਸੀ ਲੱਗਦਾ, ਸੋ ਇਹ ਕੰਮ ਸਹਿਜ ਸੁਭਾਅ ਹੀ ਹੁੰਦਾ ਗਿਆ। ਪਰ ਇੱਕ ਸਮਾਂ ਆਇਆ ਜਦੋਂ ਇਹ ਹਿੰਦੂ ਖੱਤਰੀ ਛਾਲ ਮਾਰ ਕੇ ਸਿੱਖੀ ਵਿੱਚੋਂ ਬਾਹਰ ਹੋ ਗਏ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਪਹਿਨੀਆਂ ਤਾਂ ਹਿੰਦੂਆਂ ਦਾ ਮੱਥਾ ਠਣਕਿਆ, ਕਿਉਂਕਿ 5ਵੇਂ ਗੁਰੂ ਤੱਕ ਤਾਂ ਗੁਰੂ ਜੀ ਆਪ ਵਪਾਰ ਕਰਨ ਦੇ ਤਰੀਕੇ ਸਮਝਾਉਂਦੇ ਰਹੇ ਸਨ ਤੇ ਉਹਨਾਂ ਨੇ ਸਿੱਖਾਂ ਦੀ ਆਰਥਿਕ ਉન્નਤੀ ਲਈ ਅੰਮ੍ਰਿਤਸਰ ਸ਼ਹਿਰ ਤੇ ਗੋਇੰਦਵਾਲ 2 ਵੱਡੀਆਂ ਮੰਡੀਆਂ ਸਥਾਪਿਤ ਕਰ ਦਿੱਤੀਆਂ ਸਨ। ਪਰ 6ਵੇਂ ਗੁਰੂ ਜੀ ਹਿੰਦੁਸਤਾਨ ਦੇ ਬਾਦਸ਼ਾਹ ਜਹਾਂਗੀਰ ਨਾਲ 2-2 ਹੱਥ ਕਰਨ ਲਈ ਫੌਜੀ ਤਿਆਰੀ ਕਰ ਰਹੇ ਸਨ। ਖੱਤਰੀ ਲੋਕ ਸ਼ੁਰੂ ਤੋਂ ਹੀ ਹਕੂਮਤ ਦੇ ਨੇੜੇ ਰਹੇ ਸਨ ਤੇ ਕਿੱਤੇ ਵਜੋਂ ਵਪਾਰੀ ਸਨ ਤੇ ਪੂਰੀ ਤਰ੍ਹਾਂ ਸਮਝ ਰਹੇ ਸਨ ਕਿ 6ਵੇਂ ਗੁਰੂ ਜੀ ਦਾ ਮੁਗਲ ਬਾਦਸ਼ਾਹ ਨਾਲ ਟੱਕਰ ਤਬਾਹੀ ਅਤੇ ਬਰਬਾਦੀ ਹੀ ਲਿਆਵੇ। ਇਸ ਲਈ ਜਿੰਨਾ ਵੀ ਇਸ ਤੋਂ ਦੂਰ ਰਿਹਾ ਜਾਵੇ ਉਨਾ ਹੀ ਚੰਗਾ। ਇਸ ਖਿਆਲ ਨਾਲ ਉਹਨਾਂ ਨੇ ਹੌਲੀ-ਹੌਲੀ ਪੈਰ ਪਿੱਛੇ ਖਿਸਕਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸਿੱਖੀ ਧਾਰਨ ਕਰਨ ਵਿੱਚ ਜੋ ਮੋਹਰੀ ਸਨ, ਛੱਡਣ ਵਿੱਚ ਵੀ ਮੋਹਰੀ ਹੋ ਗਏ। ਜੇ 6ਵੇਂ ਗੁਰੂ ਜੀ ਸਿੱਖੀ ਵਿੱਚ ਰਾਜਨੀਤੀ ਨੂੰ ਸ਼ਾਮਲ ਨਾ ਕਰਦੇ ਤਾਂ ਖੱਤਰੀ ਅਜੇ ਹੋਰ ਕਾਫੀ ਚਿਰ ਸਿੱਖੀ ਵਿੱਚ ਰਹਿੰਦੇ, ਕਿਉਂਕਿ ਘੁੰਗਣੀਆਂ ਵੇਚਣ ਤੇ ਲੂਣ ਤੇਲ ਦੀ ਹੱਟੀ ਕਰਨ ਵਾਲੇ ਘੋੜਿਆਂ ਦੇ ਵਪਾਰੀ ਬਣ ਚੁੱਕੇ ਸਨ। ਇਹਨਾਂ ਦਾ ਵਪਾਰ ਦੂਜੇ ਦੇਸ਼ਾਂ ਤੱਕ ਜਾ ਪਹੁੰਚਿਆ ਸੀ। ਇੱਕ ਵੱਡਾ ਧੱਕਾ ਖੱਤਰੀਆਂ ਵਿੱਚੋਂ ਸਿੱਖ ਬਣੇ ਖੱਤਰੀਆਂ ਨੂੰ ਇਹ ਵੀ ਲੱਗਾ ਕਿ ਜਦੋਂ ਬਾਦਸ਼ਾਹ ਜਹਾਂਗੀਰ ਦਾ ਬਾਗੀ ਪੁੱਤ ਖੁਸਰੋ ਗੁਰੂ ਜੀ ਦੀ ਪਨਾਹ ਹਾਸਲ ਕਰਨ ਆਇਆ ਤੇ ਨਤੀਜੇ ਵਜੋਂ ਗੁਰੂ ਅਰਜਨ ਸਾਹਿਬ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ, ਤਾਂ ਖੱਤਰੀਆਂ ਵਿੱਚੋਂ ਹੀ ਇੱਕ ਕੱਟੜ ਦੀਵਾਨ ਚੰਦੂ ਨੇ ਗੁਰੂ ਜੀ ਦੀ ਸਹਾਇਤਾ ਤਾਂ ਕੀ ਕਰਨੀ ਸੀ, ਸਗੋਂ ਉਲਟਾ ਉਹਨਾਂ ਦੇ ਭਰਾ ਪਿਰਥੀ ਚੰਦ ਦੀ ਮਦਦ ਕਰਨ ਲੱਗ ਪਿਆ, ਜਿਸ ਨੂੰ ਉਹਨਾਂ ਦੇ ਪਿਤਾ ਅਤੇ ਚੌਥੇ ਗੁਰੂ ਜੀ ਨੇ ਮੀਣਾ ਕਿਹਾ ਸੀ ਤੇ ਸਿੱਖਾਂ ਨੂੰ ਉਸ ਨਾਲੋਂ ਸਬੰਧ ਤੋੜ ਲੈਣ ਲਈ ਕਿਹਾ ਸੀ। ਇਸ ਤਰ੍ਹਾਂ ਗੁਰੂ ਘਰ ਵਿੱਚ ਵੀ ਆਮ ਘਰਾਂ ਵਾਂਗ ਸ਼ਰੀਕਾ ਬਣ ਗਏ। ਕਹਿੰਦੇ ਹਨ ਕਿ ਚੰਦੂ ਨੇ ਇੱਕ ਵਾਰ ਦਰਬਾਰ ਸਾਹਿਬ ਦਾ ਕਬਜ਼ਾ ਵੀ ਮੀਣੇ ਪਿਰਥੀਏ ਨੂੰ ਦਵਾ ਦਿੱਤਾ ਸੀ। ਕੁਝ ਹੋਰ ਗੱਲਾਂ ਕਰਕੇ ਵੀ ਗੁਰੂ ਘਰ ਦਿੱਲੀ ਦਰਬਾਰ ਦੀਆਂ ਅੱਖਾਂ ਵਿੱਚ ਰੜਕਣ ਲੱਗ ਪਿਆ ਸੀ। ਇਹਨਾਂ ਘਟਨਾਵਾਂ ਤੋਂ ਬਾਅਦ ਤਾਂ ਸਿੱਖ ਗੁਰੂਆਂ ਨੂੰ ਦਿੱਲੀ ਦਰਬਾਰ ਵੱਲੋਂ ਕੋਈ ਨਾ ਕੋਈ ਪੇਸ਼ੀ ਦਾ ਸੰਮਣ ਆਇਆ ਹੀ ਰਹਿੰਦਾ ਸੀ। ਰਾਮ ਰਾਏ ਨੇ ਗੁਰਬਾਣੀ ਦੇ ਅਰਥ ਉਲਟਾ ਕੇ ਬਾਦਸ਼ਾਹ ਨੂੰ ਸੁਣਾਏ ਤਾਂ ਉਸ ਨੂੰ ਗੁਰਿਆਈ ਤੋਂ ਹੱਥ ਧੋਣੇ ਪੈ ਗਏ, ਪਰ ਉਧਰ ਹਕੂਮਤ ਨੇ ਉਸ ਨੂੰ ਮਾਲਾ ਮਾਲ ਕਰ ਦਿੱਤਾ। 8ਵੇਂ ਗੁਰੂ ਹਰਕ੍ਰਿਸ਼ਨ ਜੀ, ਜਿਨ੍ਹਾਂ ਦੀ ਉਮਰ ਅਜੇ ਸਿਰਫ 8 ਸਾਲ ਦੀ ਹੀ ਸੀ, ਨੂੰ ਵੀ ਦਿੱਲੀ ਦਰਬਾਰ ਵੱਲੋਂ ਸੰਮਣ ਭੇਜੇ ਗਏ। 9ਵੇਂ ਗੁਰੂ ਜੀ ਤੇ ਬਗਾਵਤ ਦਾ ਇਲਜ਼ਾਮ ਤੇ ਉਹਨਾਂ ਨੂੰ 3 ਹੋਰ ਸਿੱਖਾਂ ਸਮੇਤ ਦਿੱਲੀ ਵਿੱਚ ਸ਼ਹੀਦ ਕਰ ਦਿੱਤਾ ਗਿਆ। ਇਹਨਾਂ 3 ਸਿੱਖਾਂ ਵਿੱਚ 2 ਬ੍ਰਾਹਮਣ ਮੂਲ ਦੇ ਸਿੱਖ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਵੀ ਸਨ। ਭਾਈ ਸਤੀ ਦਾਸ ਜੀ ਦੀ ਔਲਾਦ ਵਿੱਚੋਂ ਪੰਜਾਬ ਦਾ ਰਹਿ ਚੁੱਕਾ ਗਵਰਨਰ ਜਨਰਲ ਛਿੱਬਰ ਅੱਜ ਸਿੱਖੀ ਦਾ ਕੱਟੜ ਵਿਰੋਧੀ ਹੈ ਤੇ ਉਸ ਦੇ ਗਵਰਨਰ ਹੁੰਦਿਆਂ ਉਸ ਦੇ ਹੁਕਮ ਨਾਲ ਜਿਨ੍ਹਾਂ ਸਿੱਖ ਨੌਜਵਾਨ ਝੂਠੇ ਮੁਕਾਬਲਿਆਂ ਵਿੱਚ ਮਾਰਿਆ ਗਿਆ ਹੈ, ਉਹਨਾਂ ਪਿਛਲੇ ਗਵਰਨਰਾਂ ਦੇ ਰਾਜ ਵੇਲੇ ਨਹੀਂ ਮਰੇ। ਇਸੇ ਤਰ੍ਹਾਂ ਹੀ ਭਾਈ ਮਤੀ ਦਾਸ ਜੀ ਦਾ ਪਰਿਵਾਰ ਕੱਟੜ ਆਰੀਆ ਸਮਾਜੀ ਹੈ, ਜੋ ਸਿੱਖ ਧਰਮ ਦਾ ਵੀ ਕੱਟੜ ਦੁਸ਼ਮਣ ਹੈ। ਉਹਨਾਂ ਵਿੱਚੋਂ ਹੀ ਪਰਮਾਨੰਦ ਤੇ ਬਾਲ ਮੁਕੰਦ ਨਾਂ ਦੇ 2 ਆਰੀਆ ਸਮਾਜੀ ਲੀਡਰ ਹੋਏ ਹਨ, ਜਿਹੜੇ ਸਿੱਖੀ ਦਾ ਵਿਰੋਧ ਕਰਨ ਲਈ ਹਰ ਹੀਲਾ ਵਸੀਲਾ ਵਰਤਦੇ ਰਹੇ ਹਨ। ਇਸ ਤਰ੍ਹਾਂ ਸਿੱਖੀ ਤੇ ਸਰਕਾਰ ਵਿੱਚ ਦਿਨ ਬ ਦਿਨ ਟਕਰਾਅ ਵੱਧਦਾ ਗਿਆ
ਤੇ ਖੱਤਰੀਆਂ ਦਾ ਸਿੱਖੀ ਵਿੱਚ ਦਮ ਘੁੱਟਦਾ ਗਿਆ। 1699 ਈਸਵੀ ਨੂੰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਮਸੰਦ ਪ੍ਰਣਾਲੀ ਦਾ ਭੋਗ ਪਾ ਦਿੱਤਾ ਤੇ ਐਲਾਨ ਕੀਤਾ ਕਿ ਸਿੱਖ ਹੁਣ ਖਾਲਸੇ ਹੋ ਗਏ। ਖਾਲਸ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਸਿੱਧਾ ਟੈਕਸ। ਗੁਰੂ ਜੀ ਨੇ ਮੁਗਲਾਂ ਨਾਲ ਚੱਲ ਰਹੇ ਟਕਰਾਅ ਅੱਗੇ ਝੁਕਣ ਦੀ ਥਾਂ ਸਗੋਂ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਸ਼ਾਹੀ ਲਿਬਾਸ ਪਹਿਨਣਗੇ, ਘੋੜੇ ਤੇ ਸ਼ਸਤਰ ਰੱਖਣਗੇ, ਹਲਾਲੀ ਨਹੀਂ ਖਾਣਗੇ ਤੇ ਗੱਲ ਕੀ ਉਹ ਸਭ ਕੰਮ ਕਰਨਗੇ ਜੋ ਆਜ਼ਾਦ ਕੌਮ ਦੇ ਲੋਕ ਕਰਦੇ ਹਨ। ਇਸ ਤੋਂ ਪਹਿਲਾਂ ਨਾ ਤਾਂ ਗੈਰ ਮੁਸਲਮਾਨ ਘੋੜੇ ਦੀ ਸਵਾਰੀ ਕਰ ਸਕਦਾ ਸੀ, ਨਾ ਪੱਗ ਬੰਨ੍ਹ ਸਕਦਾ ਸੀ, ਨਾ ਸ਼ਸਤਰ ਰੱਖ ਸਕਦਾ ਸੀ ਤੇ ਨਾ ਹੀ ਹਲਾਲੀ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਬਣਾਇਆ ਹੋਇਆ ਮਾਸ ਹੀ ਖਾ ਸਕਦਾ ਸੀ। ਗੁਰੂ ਜੀ ਨੇ ਫੌਜ ਰੱਖੀ, ਕਿਲੇ ਬਣਵਾਏ, ਲੜਾਈਆਂ ਲੜੀਆਂ ਤੇ ਜਿੱਤੀਆਂ ਵੀ। ਬਾਅਦ ਵਿੱਚ ਜਦੋਂ ਗੁਰੂ ਜੀ ਕੋਟਕਪੂਰੇ ਠਹਿਰੇ ਹੋਏ ਸਨ ਤਾਂ ਲਾਹੌਰ ਤੋਂ ਸਹਿਜਧਾਰੀ ਖੱਤਰੀ ਸਿੱਖ ਇਕੱਠੇ ਹੋ ਕੇ ਆਏ ਤੇ ਗੁਰੂ ਜੀ ਨੂੰ ਕਿਹਾ ਕਿ ਅਸੀਂ ਤੁਹਾਡੀ ਮੁਗਲ ਬਾਦਸ਼ਾਹ ਨਾਲ ਸੁਲ੍ਹਾ ਕਰਵਾ ਦਿੰਦੇ ਹਾਂ। ਗੁਰੂ ਜੀ ਨੇ ਉਹਨਾਂ ਤੇ ਵਿਅੰਗ ਕੱਸਿਆ ਤੇ ਕਿਹਾ, ਵੇਖੋ, ਇੱਕ ਪਾਸੇ ਤਾਂ ਇਹ ਮੈਨੂੰ ਗੁਰੂ ਕਹਿ ਕੇ ਸੰਬੋਧਨ ਕਰ ਰਹੇ ਹਨ ਤੇ ਦੂਜੇ ਪਾਸੇ ਮੈਨੂੰ ਉਪਦੇਸ਼ ਦੇ ਰਹੇ ਹਨ। ਮੱਤ ਇਹਨਾਂ ਨੇ ਮੇਰੇ ਕੋਲੋਂ ਲੈਣੀ ਹੈ ਜਾਂ ਇਹਨਾਂ ਨੇ ਮੈਨੂੰ ਦੇਣੀ ਹੈ? ਹੋਈ ਕਿ ਨਾ ਉਲਟੇ ਬਾਂਸ ਬਰੇਲੀ ਨੂੰ ਵਾਲੀ ਗੱਲ। ਗੁਰੂ ਜੀ ਦਾ ਇਹ ਸਪਸ਼ਟ ਉੱਤਰ ਸੁਣ ਕੇ ਉਹ ਵਾਪਸ ਤਾਂ ਆ ਗਏ, ਪਰ ਰਤਨ ਸਿੰਘ ਭੰਗੂ ਅਨੁਸਾਰ ਖੱਤਰੀਆਂ ਨੇ ਖਾਲਸੇ ਨੂੰ ਮਰੇਲਾ ਗੁਰੂ ਜਾਨੀ ਲੜਾਕੂ ਗੁਰੂ ਦੇ ਸਿੱਖ ਕਹਿ ਕੇ ਚੜਾਉਣਾ ਸ਼ੁਰੂ ਕਰ ਦਿੱਤਾ। ਅੱਜ ਕੱਲ੍ਹ ਵੀ ਦਿੱਲੀ ਵਿੱਚ ਕਈ ਭਾਪੇ ਸਿੱਖ 10ਵੇਂ ਗੁਰੂ ਜੀ ਨੂੰ ਅੰਗਰੇਜ਼ੀ ਵਿੱਚ ਐਂਗਰੀ ਜੰਗਮੈਨ ਕਹਿ ਕੇ ਦੰਦੀਆਂ ਕੱਢ ਕੇ ਹੱਸਦੇ ਹਨ। ਇਹ ਗੱਲ ਹੁਣ ਇੱਥੋਂ ਤੱਕ ਜਾ ਪਹੁੰਚੀ ਹੈ ਕਿ ਸ਼ਹਿਰੀ ਸਿੱਖ ਚੋਣ ਜਿੱਤਣ ਲਈ ਘੋੜੇ ਦੇ ਨਿਸ਼ਾਨ ਨੂੰ ਗੁਰੂ ਜੀ ਦੇ ਨੀਲੇ ਘੋੜੇ ਦਾ ਨਿਸ਼ਾਨ ਸਮਝ ਕੇ ਮਹਿਸੂਸ ਕਰਦੇ ਹਨ ਕਿ ਇਸ ਨਿਸ਼ਾਨ ਨੂੰ ਹਿੰਦੂ ਵੋਟ ਨਹੀਂ ਪਾਉਣਗੇ ਤੇ ਅਸੀਂ ਹਾਰ ਜਾਵਾਂਗੇ। 1996 ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਅਕਾਲੀ ਦਲ ਮਾਨ ਨੂੰ ਘੋੜਾ ਚੋਣ ਨਿਸ਼ਾਨ ਮਿਲਿਆ। ਸਟੇਜ ਤੇ ਬੋਲਦੇ ਕਈ ਬੁਲਾਰੇ ਆਪਣੇ ਉਮੀਦਵਾਰ ਦੇ ਹੱਕ ਵਿੱਚ ਕਹਿ ਦਿੰਦੇ, ਖਾਲਸਾ ਜੀ, ਗੁਰੂ ਜੀ ਦਾ ਨੀਲਾ ਘੋੜਾ ਯਾਦ ਰੱਖਿਓ ਤੇ ਘੋੜਾ ਚੋਣ ਨਿਸ਼ਾਨ ਤੇ ਮੋਹਰ ਲਾ ਕੇ ਫਲਾਣਾ ਸਿੰਘ ਜੀ ਨੂੰ ਕਾਮਯਾਬ ਕਰਿਓ। ਇੱਕ ਦਿਨ ਮੇਰੇ ਕੋਲ ਸਟੇਜ ਤੇ ਬੈਠੇ ਇੱਕ 90 ਕੁ ਸਾਲ ਦਾ ਬਜ਼ੁਰਗ, ਜਿਸ ਦਾ ਮੈਨੂੰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਦਾ ਨਾਮ ਬਾਪੂ ਕੇਸਰ ਸਿੰਘ ਹੈ, ਆਏ ਤੇ ਕਹਿਣ ਲੱਗੇ, ਹੁਣ ਕੀ ਆਖੋਗੇ, ਨੀਲੇ ਘੋੜੇ ਨੂੰ ਵੋਟ ਪਾਓ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈਸੋ? ਮੈਂ ਕਿਹਾ ਹਾਂਜੀ। ਤਾਂ ਉਹ ਕਹਿਣ ਲੱਗੇ, ਜੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਲਿਆ ਤੇ ਨੀਲੇ ਘੋੜੇ ਦੀ ਗੱਲ ਕੀਤੀ ਤਾਂ ਇੱਕ ਵੀ ਸਹਿਜਧਾਰੀ ਵੋਟ ਤੁਹਾਡੇ ਉਮੀਦਵਾਰ ਜਗਜੀਤ ਸਿੰਘ ਗਾਭਾ ਨੂੰ ਨਹੀਂ ਜੇ ਮਿਲਣੀ। ਇਹ ਬਜ਼ੁਰਗ ਹਰ ਅਕਾਲੀ ਮੋਰਚੇ ਵਿੱਚ ਜੇਲ੍ਹ ਜਾਂਦੇ ਰਹੇ ਸਨ। ਪੱਕੇ ਅਕਾਲੀ ਤੇ ਗੁਰੂ ਘਰ ਦੇ ਸ਼ਰਧਾਲੂ ਸਨ, ਪਰ ਸਹਿਜਧਾਰੀ ਖੱਤਰੀਆਂ ਵਿੱਚ ਰਹਿੰਦਿਆਂ ਉਹਨਾਂ ਨੂੰ ਉਹਨਾਂ ਦੀ ਸੋਚ ਦਾ ਪਤਾ ਸੀ। ਇਸੇ ਲਈ ਹੀ ਉਹ ਸਾਨੂੰ ਸੁਚੇਤ ਕਰ ਰਹੇ ਸਨ। ਇਸ ਤੋਂ ਹੀ ਅੰਦਾਜ਼ਾ ਲੱਗਦਾ ਹੈ ਕਿ ਅੱਜ ਸਹਿਜਧਾਰੀ ਸਿੱਖ ਗੁਰੂ ਗੋਬਿੰਦ ਸਿੰਘ ਜੀ ਤੇ ਨੀਲੇ ਘੋੜੇ ਦਾ ਨਾਮ ਸੁਣ ਕੇ ਵੀ ਰਾਜੀ ਨਹੀਂ। ਕਵੀ ਸੈਨਾਪਤੀ ਕਰਤਾ ਸ੍ਰੀ ਗੁਰਸੋਭਾ ਲਿਖਦਾ ਹੈ ਕਿ ਦਿੱਲੀ ਦੇ ਕੁਝ ਖੱਤਰੀ ਤੇ ਬ੍ਰਾਹਮਣ ਸਿੱਖਾਂ ਨੇ ਖਾਲਸਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਇੱਥੋਂ ਤੱਕ ਕਿ ਖਾਲਸਿਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਤੇ ਉਹਨਾਂ ਦਾ ਬਾਈਕਾਟ ਕੀਤਾ। ਸਰਕਾਰ ਦੀ ਮਨਾਹੀ ਦੇ ਬਾਵਜੂਦ ਹਥਿਆਰ ਰੱਖਣੇ ਉਹਨਾਂ ਨੂੰ ਨਿਰੀ ਮੌਤ ਨੂੰ ਆਵਾਜ਼ਾਂ ਮਾਰਨ ਵਾਲੀ ਗੱਲ ਲੱਗੀ, ਕਿਉਂਕਿ ਉਹ ਹੁਣ ਸਿੱਖੀ ਵਿੱਚੋਂ ਵੀ ਪੈਰ ਪਿਛਾਂਹ ਖਿਸਕਾਉਣਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਇਹ ਬਹਾਨਾ ਲੱਭ ਲਿਆ ਕਿ ਪਿਓ ਮਰਨ ਤੇ ਵੀ ਬੰਦਾ ਕਿਵੇਂ ਸਿਰ ਨਾ ਮਨਾਵੇ। ਸਾਨੂੰ ਸਿੱਖ ਧਰਮ ਦੀ ਇਹ ਗੱਲ ਜੱਚਦੀ ਨਹੀਂ। ਹਿੰਦੂ ਸੰਸਕਾਰਾਂ ਨੂੰ ਅਸੀਂ ਕਿਵੇਂ ਛੱਡ ਦਈਏ? ਗੁਰੂ ਜੀ ਤਾਂ ਕਹਿੰਦੇ ਹਨ ਕਿ ਅਸਤ ਵੀ ਹਰਿਦੁਆਰ ਗੰਗਾ ਜੀ ਵਿੱਚ ਨਾ ਪਾਓ। ਭਲਾ ਇਸ ਤਰ੍ਹਾਂ ਸਾਡੇ ਵਡੇਰਿਆਂ ਦੀ ਗਤੀ ਕਿਵੇਂ ਹੋਵੇਗੀ? ਇਹ ਬਿਲਕੁਲ ਉਸੇ ਤਰ੍ਹਾਂ ਦੀ ਗੱਲ ਸੀ ਜਿਵੇਂ ਕਿਸੇ ਪਿੰਡ ਵਿੱਚ ਇੱਕ ਬੰਦਾ ਵਿਆਹ ਵਿੱਚ ਨਿਉਂਦਾ ਨਹੀਂ ਸੀ ਪਾਉਣਾ ਚਾਹੁੰਦਾ। ਉਹ ਵਿਆਹ ਵਾਲੇ ਘਰ ਗਿਆ ਤੇ ਛੱਤ ਥੱਲੇ ਗੱਡੀ ਹੋਈ ਥੰਮੀ ਨਾਲ ਢੋ ਲਾ ਕੇ ਬਹਿ ਗਿਆ। ਹਨੇਰਾ ਹੋਣ ਕਰਕੇ ਘਰ ਵਾਲੇ ਕੋਲੋਂ ਪਛਾਣਿਆ ਨਾ ਗਿਆ ਤੇ ਉਹਨੇ ਕਿਹਾ, ਆਹ ਕਿਹੜਾ ਬੈਠਾ ਹੈ ਬਈ? ਬਸ ਇਸੇ ਗੱਲ ਤੋਂ ਹੀ ਉਹ ਬੰਦਾ ਉੱਠ ਕੇ ਦਰਵਾਜ਼ਿਓਂ ਬਾਹਰ ਤੁਰ ਗਿਆ ਤੇ ਜਾਂਦਾ ਆਖੀ ਜਾਵੇ, ਲਓ ਸੁਣ ਲਓ ਭਾਊ ਦੀ ਗੱਲ, ਹੁਣ ਅਸੀਂ ਕਿਹੜੇ ਹੋ ਗਏ? ਚੰਗਾ ਫਿਰ ਕਿਹੜੇ ਤੇ ਕਿਹੜੇ ਹੀ ਸਹੀ। ਤੇ ਇਸ ਤਰ੍ਹਾਂ ਉਹ ਨਿਉਂਦਾ ਪਾਏ ਬਗੈਰ ਹੀ ਦਰਵਾਜ਼ਿਓਂ ਬਾਹਰ ਚਲਾ ਗਿਆ। ਹਿੰਦੂ ਖੱਤਰੀਆਂ ਨੇ ਵੀ ਇਸੇ ਤਰ੍ਹਾਂ ਹੀ ਕੀਤੀ। ਗੁਰੂ ਜੀ ਦੇ ਜੋਤੀ ਜੋ ਸਮਾਉਣ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲਾਂ ਨਾਲ ਫਸਵੀਂ ਟੱਕਰ ਲਈ
ਤਾਂ ਉਸ ਵੇਲੇ ਤੱਕ ਕਾਫੀ ਖੱਤਰੀ ਸਿੱਖ ਸਿੱਖੀ ਤਿਆਗ ਚੁੱਕੇ ਸਨ। ਸੱਯਦ ਮੁਹੰਮਦ ਲਤੀਫ ਤੇ ਹੋਰ ਇਤਿਹਾਸਕਾਰਾਂ ਦੀਆਂ ਲਿਖਤਾਂ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਤੱਕ ਸ਼ੂਦਰ ਅਤੇ ਦੱਬੀਆਂ ਕੁਚਲੀਆਂ ਹੋਰ ਜਾਤਾਂ ਦੇ ਲੋਕਾਂ ਤੋਂ ਬਣੇ ਹੋਏ ਸਿੱਖ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਖੱਤਰੀ ਸਿੱਖ ਸਿੱਧਵਾਨ ਸਿੱਖ ਵੀ ਸਿੱਖੀ ਵਿੱਚ ਮੌਜੂਦ ਹਨ, ਪਰ ਇਹ ਗਿਣਤੀ ਕੁੱਲ ਸਿੱਖਾਂ ਦੀ ਗਿਣਤੀ ਦੇ 2% ਤੋਂ ਵੱਧ ਨਹੀਂ। ਸਿੱਖੀ ਨੂੰ ਇੱਕ ਧੱਕਾ ਹੋਰ ਉਦੋਂ ਲੱਗਾ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ ਤੇ ਸਿੱਖਾਂ ਦੇ ਸਿਰਾਂ ਦੇ ਮੀਨਾਰ ਚਿਣੇ ਜਾਣ ਲੱਗੇ। ਫਿਰ ਤਾਂ ਕੋਈ ਵਿਰਲਾ ਹੀ ਦੁਕਾਨਦਾਰ ਸਿੱਖ ਬਚਿਆ ਹੋਵੇਗਾ। ਸਿੱਖ ਜਾਂ ਤਾਂ ਨੱਸ ਕੇ ਜੰਗਲਾਂ ਵਿੱਚ ਜਾ ਛੁਪੇ ਜਾਂ ਸਿਰ ਮੁਨਾ ਕੇ ਪਹਿਲਾਂ ਵਰਗੇ ਹੀ ਹੋ ਗਏ। ਅਲ ਬਰੂਨੀ ਦੀ ਕਿਤਾਬ ਉਲ ਹਿੰਦ ਅਨੁਸਾਰ ਬਾਦਸ਼ਾਹ ਨੇ ਇਹ ਹੁਕਮ ਕਰ ਦਿੱਤਾ ਕਿ ਸਾਰੀ ਜਨਤਾ ਹਜਾਮਤ ਕਰਵਾ ਲਵੇ ਤਾਂ ਕਿ ਸਿੱਖ ਪਛਾਣੇ ਜਾ ਸਕਣ। ਇਸ ਹੁਕਮ ਤੋਂ ਬਾਅਦ ਤਾਂ ਨਾਈਆਂ ਦੀ ਚਾਂਦੀ ਹੋ ਗਈ। ਹੁਣ ਤਾਂ ਸਿੱਖਾਂ ਕੋਲ ਇੱਕ ਹੀ ਚਾਰਾ ਸੀ, ਜਾਂ ਸਿਰ ਮਨਾਓ ਜਾਂ ਫਿਰ ਭਗੌੜੇ ਹੋ ਕੇ ਜਥਿਆਂ ਨਾਲ ਜਾ ਰਲੋ। ਸਰਕਾਰੀ ਮੁਲਾਜ਼ਮ, ਵਪਾਰੀ ਤੇ ਹੋਰ ਸ਼ਹਿਰੀਆਂ ਨੇ ਤਾਂ ਬਗੈਰ ਕਿਸੇ ਹੀਲ ਹੁਜਤ ਤੋਂ ਸਿਰ ਮਨਾ ਲਿਆ ਤੇ ਦੂਜੇ ਨੰਗਾ ਪੁੱਤ ਚੋਰਾਂ ਵਿੱਚ ਖੇਡੇ ਵਾਂਗ ਜਥਿਆਂ ਨਾਲ ਰਲ ਕੇ ਸ਼ਾਹੀ ਖਜ਼ਾਨੇ ਲੁੱਟਣ ਲੱਗੇ। ਰਹੀ ਪੇਂਡੂ ਸਿੱਖਾਂ ਦੀ ਗੱਲ, ਤਾਂ ਉਹਨਾਂ ਨੂੰ ਕਿਹੜਾ ਦੁਕਾਨਾਂ ਖੁੱਸਣ ਤੇ ਵਪਾਰ ਤਬਾਹ ਹੋਣ ਦਾ ਖਤਰਾ ਸੀ। ਇਸ ਤਰ੍ਹਾਂ ਸਿੱਖਾਂ ਦੇ 2 ਧੜੇ ਜੇ ਕਾਇਮ ਹੋ ਗਏ ਜੋ ਅਜੇ ਤੱਕ ਮੌਜੂਦ ਹਨ। ਉਹਨਾਂ ਦਿਨਾਂ ਵਿੱਚ ਹੀ ਲਖਪਤ ਰਾਏ ਤੇ ਜਸਪਤ ਰਾਏ 2 ਖੱਤਰੀ ਭਰਾਵਾਂ ਨੇ ਸਹੁੰ ਖਾ ਲਈ ਕਿ ਅਸਾਂ ਸਿੱਖਾਂ ਦਾ ਖੁਰਾ ਖੋਜ ਮਿਟਾ ਕੇ ਹੀ ਹਟਣਾ ਹੈ। ਉਹਨਾਂ ਨੇ ਐਲਾਨ ਕੀਤਾ ਕਿ ਇੱਕ ਖੱਤਰੀ ਨਾਨਕ ਨੇ ਸਿੱਖੀ ਦਾ ਮੁੱਢ ਬੱਧਾ ਸੀ ਤੇ ਦੂਸਰਾ ਖੱਤਰੀ ਲਖਪਤ ਇਸ ਦੀ ਜੜ ਉਖਾੜੇਗਾ। ਜੰਗਲ ਵਿੱਚ ਰਹਿੰਦੇ ਸਿੱਖਾਂ ਨੇ ਗੁਰੂ ਦਾ ਵਾਸਤਾ ਵੀ ਦਿੱਤਾ, ਪਰ ਉਹਨਾਂ ਨੂੰ ਕੋਈ ਫਰਕ ਨਾ ਪਿਆ। ਕਹਿੰਦੇ ਹਨ ਪਹਿਲਾਂ ਇਹ ਦੋਵੇਂ ਭਰਾ ਵੀ ਸਿੰਘ ਸਜੇ ਹੋਏ ਸਨ, ਪਰ ਮੌਜੂਦਾ ਸੰਘਰਸ਼ ਵਿੱਚ ਖਾੜਕੂਆਂ ਵਿੱਚੋਂ ਪੁਲਿਸ ਕੈਟ ਬਣਨ ਵਾਂਗ ਇਹ ਸਰਕਾਰੀ ਹੱਥਾਂ ਵਿੱਚ ਚਲੇ ਗਏ ਤੇ ਆਪਣੇ ਹੀ ਭਰਾਵਾਂ ਦੇ ਦੁਸ਼ਮਣ ਬਣ ਗਏ। ਇਨ੍ਹਾਂ ਦਿਨਾਂ ਵਿੱਚ ਹੀ ਸ਼ਬਦ ਗੁੜ ਕਹਿਣ ਤੇ ਪਾਬੰਦੀ ਲੱਗ ਗਈ ਸੀ, ਕਿਉਂਕਿ ਇਸ ਉਚਾਰਨ ਨਾਲ ਗੁਰ ਦਾ ਭੁਲੇਖਾ ਪੈਂਦਾ ਸੀ। ਤਾਂ ਹੀ ਲੋਕ ਗੁੜ ਨੂੰ ਭੇਲੀ ਜਾਂ ਰੋੜੀ ਕਹਿਣ ਲੱਗ ਪਏ ਸਨ। ਪਰ ਦੀਵਾਨ ਕੌੜਾ ਮੱਲ ਵਰਗੇ ਖੱਤਰੀ ਵੀ ਹੋਏ ਹਨ ਜਿਹੜੇ ਸਰਕਾਰੀ ਅਹਿਲਕਾਰ ਹੁੰਦਿਆਂ ਹੋਇਆਂ ਵੀ ਸਿੱਖਾਂ ਦੇ ਹਮਾਇਤੀ ਸਨ। ਸਿੱਖਾਂ ਦੀ ਹਮਾਇਤ ਕਾਰਨ ਹੀ ਦੀਵਾਨ ਕੌੜਾ ਮੱਲ ਨੂੰ ਵੀ ਸ਼ਹੀਦ ਹੋਣਾ ਪਿਆ ਸੀ। ਖੱਤਰੀ ਆਪਣੇ ਆਪ ਨੂੰ ਬੜੇ ਜ਼ੋਰਾਂ ਵਿੱਚ ਹਿੰਦੂ ਸਾਬਤ ਕਰਨ ਤੇ ਲੱਗੇ ਹੋਏ ਸਨ, ਜਿਵੇਂ ਅੱਜ ਕੱਲ ਅਕਾਲੀ ਆਪਣੇ ਆਪ ਨੂੰ ਦੇਸ਼ ਭਗਤ ਸਾਬਤ ਕਰਨ ਵਿੱਚ ਲੱਗੇ ਹੋਏ ਹਨ। 50-60 ਸਾਲਾਂ ਵਿੱਚ ਉਹਨਾਂ ਨੇ ਸਰਕਾਰ ਨੂੰ ਯਕੀਨ ਦਿਵਾ ਦਿੱਤਾ ਕਿ ਉਹ ਸਿੱਖਾਂ ਨਾਲੋਂ ਬਿਲਕੁਲ ਅਲੱਗ ਹਨ। ਇੱਥੋਂ ਤੱਕ ਕਿ ਜਿਸ ਖੱਤਰੀ ਦੇ 4 ਪੁੱਤ ਹੁੰਦੇ, ਜੇ ਕੋਈ ਉਸ ਨੂੰ ਪੁੱਛਦਾ ਕਿ ਲਾਲਾ ਜੀ ਸੁੱਖ ਨਾਲ ਕਿੰਨੇ ਪੁੱਤ ਹਨ ਤੁਹਾਡੇ, ਤਾਂ ਉਹ ਕਹਿੰਦਾ ਜੀ 4 ਹਨ। ਇੱਕ ਪਿਛਲੇ ਸਾਲ ਗੁਜ਼ਰ ਗਿਆ ਸੀ, ਇੱਕ ਸਿੱਖ ਬਣ ਗਿਆ ਹੈ, 2 ਅਜੇ ਜੀਂਦੇ ਹਨ। ਅਰਥਾਤ ਉਹ ਜੀਂਦੇ ਸਿੱਖ ਪੁੱਤ ਨੂੰ ਵੀ ਮਰੇ ਹੋਏ ਪੁੱਤ ਨਾਲ ਹੀ ਗਿਣਦਾ ਸੀ। ਉਹਨਾਂ ਦਿਨਾਂ ਵਿੱਚ ਪੁੱਤ ਦਾ ਮਰ ਜਾਣਾ ਜਾਂ ਸਿੱਖ ਹੋ ਜਾਣਾ ਇੱਕ ਬਰਾਬਰ ਸੀ ਤੇ ਇਸ ਦੇ ਪਿੱਛੇ ਹਕੂਮਤ ਦੇ ਡਰ ਦੀ ਭਾਵਨਾ ਸੀ। ਖੱਤਰੀਆਂ ਵਿੱਚ ਪਏ ਇਸ ਮੋੜੇ ਨੂੰ ਵੇਖ ਕੇ ਤੇ ਹਾਲਾਤ ਸਾਜ਼ਗਾਰ ਵੇਖ ਕੇ ਪਹਾੜਾਂ ਤੋਂ ਡੋਗਰੇ ਬ੍ਰਾਹਮਣ ਉਤਰ ਆਏ ਤੇ ਨਵੇਂ ਬਣੇ ਪੰਜਾਬੀ ਹਿੰਦੂਆਂ ਨੂੰ ਪੁਰਾਣੀਆਂ ਕਥਾਵਾਂ ਤੇ ਸ਼ੇਰਾਂ ਵਾਲੀ ਮਾਤਾ ਦੀਆਂ ਭੇਟਾਂ ਗਾ ਕੇ, ਜਗਰਾਤੇ ਕਰਕੇ ਤੇ ਰਾਸ ਲੀਲਾ ਰਚਾ ਰਚਾ ਕੇ ਨਾਲੇ ਤਾਂ ਉਹਨਾਂ ਦਾ ਮਨੋਰੰਜਨ ਕੀਤਾ ਤੇ ਉਹਨਾਂ ਨੂੰ ਆਪਣੇ ਮੁੱਢਲੇ ਧਰਮ ਨਾਲ ਜੋੜਿਆ ਤੇ ਨਾਲੇ ਆਪਣੀ ਗਰੀਬੀ ਵੀ ਦੂਰ ਕੀਤੀ। ਥੋੜੇ ਸਮੇਂ ਲਈ ਸਿੱਖ ਰਾਜ ਆਇਆ, ਜਿਸ ਵਿੱਚ ਹਿੰਦੂ ਖੱਤਰੀ ਫਿਰ ਭੱਜ ਕੇ ਮੋਹਰੇ ਹੋ ਗਏ, ਉੱਚੇ ਅਹੁਦੇ ਵੀ ਲਏ ਤੇ ਵਪਾਰ ਵੀ ਵਧਾਇਆ। ਪਰ ਇਸ ਵਾਰ ਉਸਨੇ ਸਿਰਫ ਸਿੱਖ ਦਾ ਭੇਸ ਹੀ ਧਾਰਨ ਕੀਤਾ, ਸਿੱਖੀ ਨੂੰ ਉਸ ਦੇ ਅਸਲੀ ਰੂਪ ਵਿੱਚ ਨਾ ਅਪਣਾਇਆ। ਸਿੱਖ ਦਾ ਉਹੀ ਭੇਸ ਹੁਣ ਤੱਕ ਚੱਲਿਆ ਆ ਰਿਹਾ ਹੈ, ਜਿਸ ਵਿੱਚ ਭੇਖ ਜ਼ਿਆਦਾ ਤੇ ਸਿੱਖੀ ਨਾ ਮਾਤਰ ਹੈ। ਜਦੋਂ ਅੰਗਰੇਜ਼ ਦਾ ਰਾਜ ਆਇਆ ਤਾਂ ਉਹ ਸਿੱਖਾਂ ਦੀ ਬਹਾਦਰੀ ਤੋਂ ਬਹੁਤ ਪ੍ਰਭਾਵਿਤ ਹੋਏ। ਆਪਣੀ ਫੌਜ ਵਿੱਚ ਬਹੁਤੀ ਭਰਤੀ ਉਹਨਾਂ ਨੇ ਪੇਂਡੂ ਹਲਕਿਆਂ ਵਿੱਚੋਂ ਹੀ ਕੀਤੀ। ਅੰਗਰੇਜ਼ ਬਖੂਬੀ ਸਮਝਦਾ ਸੀ ਕਿ ਜਿਹੜਾ ਬੰਦਾ ਆਪਣੇ ਧਰਮ ਵਿੱਚ ਪੱਕਾ ਨਾ ਹੋਵੇ ਉਹ ਕਿਸੇ ਗੈਰ ਲਈ ਲੜ ਕੇ ਨਹੀਂ ਮਰ ਸਕਦਾ। ਦੂਸਰਾ, ਉਹਨਾਂ ਨੂੰ ਸਿੱਖ ਧਰਮ ਨਾਲ ਕੋਈ ਵਿਰੋਧਤਾ ਵੀ ਨਹੀਂ ਸੀ। ਅੰਗਰੇਜ਼ ਇਹ ਸਮਝਦਾ ਸੀ ਕਿ ਕੋਈ ਅੰਗਰੇਜ਼ ਤਾਂ ਸਿੱਖੀ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣ ਸਕਦਾ ਹੈ, ਪਰ ਕੋਈ ਵੀ ਸਿੱਖ ਈਸਾਈਅਤ ਤੋਂ ਪ੍ਰਭਾਵਿਤ ਹੋ ਕੇ ਈਸਾਈ ਨਹੀਂ ਬਣ ਸਕਦਾ। ਇਸੇ ਕਰਕੇ ਅੰਗਰੇਜ਼ ਕਈ ਵਾਰ ਸਿੱਖਾਂ ਨੂੰ
ਟਕੋਰਾਂ ਵੀ ਲਾ ਦਿੰਦੇ ਸਨ ਤੇ ਕਹਿੰਦੇ ਸਨ ਕਿ ਸਾਡਾ ਇੱਕ ਯਿਸੂ ਫਾਂਸੀ ਲੱਗਾ, ਅੱਜ ਦੁਨੀਆ ਵਿੱਚ ਸਾਡਾ ਧਰਮ ਸਭ ਤੋਂ ਵੱਡਾ ਹੈ, ਪਰ ਤੁਹਾਡੇ ਹਜ਼ਾਰਾਂ ਯਿਸੂ ਹੋ ਚੁੱਕੇ ਹਨ, ਫਿਰ ਵੀ ਤੁਸੀਂ ਦਿਨੋਂ ਦਿਨ ਘਟਦੇ ਜਾਂਦੇ ਹੋ। ਕਹਿੰਦੇ ਹਨ ਕਿ ਸਿੱਖ ਰੈਜੀਮੈਂਟਾਂ ਦੇ ਅੰਗਰੇਜ਼ ਕਰਨਲ ਹਰ 8ਵੇਂ 10ਵੇਂ ਦਿਨ ਇਹ ਤਸੱਲੀ ਕਰਦੇ ਸਨ ਕਿ ਕਿਸੇ ਸਿੱਖ ਨੇ ਦਾੜੀ ਜਾਂ ਰੋਮ ਤਾਂ ਨਹੀਂ ਕੱਟੇ, ਜਦਕਿ ਹੁਣ ਆਜ਼ਾਦ ਭਾਰਤ ਵਿੱਚ ਸਿੱਖਾਂ ਨੂੰ ਇਹ ਕਹਿ ਕੇ ਦਾੜੀ ਕੱਟਣ ਦੀ ਛੋੜ ਦਿੱਤੀ ਜਾਂਦੀ ਹੈ ਕਿ ਮੂੰਹ ਖੂਬਸੂਰਤ ਲੱਗਣਾ ਚਾਹੀਦਾ ਹੈ, ਤੇ ਉਹਨਾਂ ਅਫਸਰਾਂ ਨੂੰ ਕੱਟੀ ਹੋਈ ਦਾੜੀ ਵਾਲਾ ਮੂੰਹ ਹੀ ਖੂਬਸੂਰਤ ਲੱਗਦਾ ਹੈ। ਕੁਝ ਵੀ ਹੋਵੇ, ਉਸ ਤੋਂ ਬਾਅਦ ਸਿੱਖੀ ਬਹੁਤੀ ਨਹੀਂ ਵਧੀ ਫੁੱਲੀ। 1950 ਵਿੱਚ ਸਿੱਖਾਂ ਦੀ ਜਿੰਨੀ ਗਿਣਤੀ ਸੀ, 1981 ਦੀ ਮਰਦਮਸ਼ੁਮਾਰੀ ਵਿੱਚ ਘਟ ਕੇ ਅੱਧੀ ਰਹਿ ਗਈ ਸੀ। ਦਇਆਨੰਦ ਨੇ ਹਿੰਦੂਆਂ ਨੂੰ ਆਪਣੇ ਸਨਾਤਨ ਧਰਮ ਨਾਲ ਜੋੜਨ ਲਈ ਮੁਹਿੰਮ ਚਲਾਈ, ਪਰ ਉਸ ਨੂੰ ਕੋਈ ਹੁੰਗਾਰਾ ਨਾ ਮਿਲਿਆ। ਅਖੀਰ ਪੰਜਾਬ ਵਿੱਚ ਆ ਕੇ ਉਸ ਨੇ ਇਹ ਮੁਹਿੰਮ ਗੁਰਦੁਆਰਿਆਂ ਤੋਂ ਸ਼ੁਰੂ ਕੀਤੀ। ਇੱਕ ਈਸ਼ਵਰ ਦੀ ਗੱਲ ਕਰਦਾ ਕਰਦਾ ਉਹ ਸਿੱਖ ਗੁਰੂਆਂ ਦੇ ਹੀ ਖਿਲਾਫ ਹੋ ਗਿਆ ਤੇ ਕਹਿਣ ਲੱਗ ਪਿਆ, ਜੋ ਗੁਰੂ ਨਾਨਕ ਨੇ ਕਿਹਾ ਹੈ ਉਹ ਵੇਦਾਂ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਹੈ। ਅਨੇਕਾਂ ਪਰਿਵਾਰਾਂ ਨੂੰ ਉਹਨੇ ਸਿੱਖੀ ਤੋਂ ਲਾਂਭੇ ਕਰਕੇ ਆਰੀਆ ਸਮਾਜੀ ਬਣਾ ਲਿਆ ਤੇ ਹੋਰ ਵੀ ਕਈ ਕਹਿੰਦੇ ਕਹਾਉਂਦੇ ਸਿੱਖਾਂ ਨੂੰ ਆਰੀਆ ਸਮਾਜ ਵਿੱਚ ਲਿਆਂਦਾ। ਅਣਵੰਡੇ ਪੰਜਾਬ ਵਿੱਚ ਸ਼ੁਰੂ ਤੋਂ ਹੀ ਖੱਤਰੀ ਮਹਾਜਨ ਨੂੰ ਲੁੱਟ ਦਾ ਪ੍ਰਤੀਕ ਮੰਨਿਆ ਗਿਆ ਹੈ। ਮੁਸਲਮਾਨ ਸਿੱਖਾਂ ਨੂੰ ਛੱਡਣਾ ਨਹੀਂ ਸੀ ਚਾਹੁੰਦਾ ਤੇ ਹਿੰਦੂਆਂ ਨਾਲ ਰਹਿਣਾ ਨਹੀਂ ਸੀ ਚਾਹੁੰਦਾ। ਨਤੀਜੇ ਵਜੋਂ ਪਾਕਿਸਤਾਨ ਹੋਂਦ ਵਿੱਚ ਆ ਗਿਆ। ਵੱਖਰਾ ਮੁਸਲਮਾਨ ਦੇਸ਼ ਬਣਾਉਣ ਲਈ ਜਿੰਨਾ ਜ਼ੋਰ ਪੰਜਾਬੀ ਖੱਤਰੀ ਹੱਥੋਂ ਸਤਾਏ ਹੋਏ ਪੰਜਾਬੀ ਮੁਸਲਮਾਨ ਨੇ ਲਾਇਆ ਹੈ, ਇਹਨਾਂ ਹੋਰ ਕਿਸੇ ਸੂਬੇ ਦੇ ਮੁਸਲਮਾਨ ਨੇ ਨਹੀਂ ਲਾਇਆ। ਖੱਤਰੀ ਮਹਾਜਨਾਂ ਦੀ ਲੁੱਟ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਇਹ ਦਿੰਦੇ ਹਨ ਥੇਲੀ ਤੇ ਲਿਖਵਾ ਲੈਂਦੇ ਹਨ ਹਥੇਲੀ। ਭਲਾ ਇਹੋ ਜਿਹੇ ਲੁਟੇਰਿਆਂ ਨਾਲ ਕੌਣ ਰਹਿ ਕੇ ਰਾਜੀ ਹੁੰਦਾ। ਮਾਸਟਰ ਤਾਰਾ ਸਿੰਘ ਆਪ ਹਿੰਦੂ ਸੀ ਤੇ ਪਹਿਲੀ ਪੀੜ੍ਹੀ ਵਿੱਚ ਹੀ ਸਿੰਘ ਸਜਿਆ ਸੀ। ਉਸ ਦੇ ਸਿੰਘ ਸੱਜਣ ਤੇ ਉਸ ਦੇ ਭਰਾ ਅਤੇ ਉਸ ਦੇ ਪਿਤਾ ਨੇ ਇੰਨਾ ਬੁਰਾ ਮਨਾਇਆ ਸੀ ਕਿ ਉਹ ਇਸ ਨਾਲ ਬੋਲਣੋਂ ਵੀ ਹਟ ਗਏ ਸਨ। ਨਾਲੇ ਖੱਤਰੀ ਮਾਰਚ 1947 ਵਿੱਚ ਹੀ ਭਾਰਤ ਵਾਲੇ ਪਾਸੇ ਆਉਣੇ ਸ਼ੁਰੂ ਹੋ ਗਏ ਸਨ, ਅਰਥਾਤ ਵੰਡ ਤੋਂ 5 ਮਹੀਨੇ ਪਹਿਲਾਂ ਹੀ। ਇਹ ਕਰਕੇ ਉਹਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਆਪਣੇ ਤਬਕੇ ਦੇ ਹਿੱਤਾਂ ਦੇ ਸਾਹਮਣੇ ਆਪਣੀ ਜਨਮ ਭੌਂ ਨੂੰ ਛੱਡਣ ਦਾ ਮੋਹ ਤੁੱਛ ਹੈ। 1947 ਤੋਂ ਬਾਅਦ ਇਹ ਖੱਤਰੀ ਕਿਸੇ ਗੱਲ ਵਿੱਚ ਵੀ ਸਿੱਖਾਂ ਦੇ ਭਾਈਵਾਲ ਨਹੀਂ ਹੋਏ। ਇਹਨਾਂ ਵਾਂਗ ਹੀ ਕਾਂਗਰਸੀ ਸਿੱਖ ਵੀ ਜਦੋਂ ਕਿਤੇ ਹਿੰਦੂ ਸਰਕਾਰ ਵਿੱਚ ਟਕਰਾਅ ਆਉਂਦਾ ਹੈ ਤਾਂ ਫਟ ਆਪਣੇ ਆਪ ਨੂੰ ਸਿੱਖਾਂ ਨਾਲੋਂ ਵੱਖ ਕਰ ਲੈਂਦੇ ਹਨ। ਅੱਜ ਤੱਕ ਕਿਸੇ ਵੀ ਹੱਕ ਲੈਣ ਵਾਲੇ ਮੋਰਚੇ ਵਿੱਚ ਕਾਂਗਰਸੀ ਸਿੱਖ ਭਾਈਵਾਲ ਨਹੀਂ ਬਣੇ, ਪਰ ਹਿੰਦੂ ਤਾਂ ਇਹਨਾਂ ਕਾਂਗਰਸੀਆਂ ਨਾਲੋਂ ਵੀ 2 ਹੱਥ ਅਗਾਂਹ ਹੋ ਕੇ ਵਗੇ ਹਨ। ਜੇ ਗੱਲ ਪੰਜਾਬੀ ਭਾਸ਼ਾ ਦੀ ਚੱਲੀ ਤਾਂ ਇਹਨਾਂ ਨੇ ਆਪਣੀ ਬੋਲੀ ਹਿੰਦੀ ਲਿਖਵਾ ਲਈ। ਜੇ ਗੱਲ ਪਾਣੀਆਂ ਦੀ ਚੱਲੀ ਤਾਂ ਇਹਨਾਂ ਨੇ ਕਿਹਾ ਪਾਣੀ ਕਿਤੇ ਬਾਹਰ ਥੋੜਾ ਜਾਣਾ ਹੈ, ਭਾਰਤ ਵਿੱਚ ਹੀ ਰਹਿਣਾ ਹੈ। ਜੇ ਗੱਲ ਚੰਡੀਗੜ੍ਹ ਦੀ ਚੱਲੀ ਤਾਂ ਇਹਨਾਂ ਨੇ ਕਿਹਾ ਇਹ ਯੂਟੀ ਕੇਂਦਰ ਸ਼ਾਸਿਤ ਹੀ ਰਹੇ। ਜੇ ਸਿੱਖਾਂ ਨੇ ਕਿਹਾ ਦਰਬਾਰ ਸਾਹਿਬ ਤੋਂ ਸ਼ਬਦ ਕੀਰਤਨ ਰਿਲੇ ਕਰੋ ਤਾਂ ਇਹਨਾਂ ਨੇ ਕਿਹਾ ਕਾਂਸ਼ੀ ਤੇ ਹਰਿਦੁਆਰ ਤੋਂ ਵੀ ਕਰੋ। ਜੇ ਸਿੱਖਾਂ ਨੇ ਕਿਹਾ ਅੰਮ੍ਰਿਤਸਰ ਸ਼ਹਿਰ ਵਿੱਚ ਬੀੜੀ ਸਿਗਰਟ ਤੇ ਪਾਬੰਦੀ ਲਾਈ ਜਾਵੇ ਤਾਂ ਇਹਨਾਂ ਨੇ ਸੋਟੀਆਂ ਤੇ ਸਿਗਰਟਾਂ ਦੀਆਂ ਡੱਬੀਆਂ ਟੰਗ ਕੇ ਜਲੂਸ ਕੱਢਿਆ ਤੇ ਨਾਅਰੇ ਲਾਏ, ਬੀੜੀ ਸਿਗਰਟ ਪੀਏਂਗੇ ਐਸੇ ਜੀਏਂਗੇ। ਜੇ ਸਿੱਖਾਂ ਨੇ ਕਿਹਾ ਸਿੱਖ ਇੱਕ ਵੱਖਰੀ ਕੌਮ ਹੈ ਤਾਂ ਇਹ ਕਹਿੰਦੇ ਹਨ ਕਿ ਨਹੀਂ, ਇਹ ਹਿੰਦੂਆਂ ਦਾ ਹੀ ਅੰਗ ਹੈ। ਸਿੱਖੀ ਦੀ ਵਿਰੋਧਤਾ ਇਹਨਾਂ ਵਿਚਾਰਿਆਂ ਨੇ ਬੜੀ ਮਿਹਨਤ ਨਾਲ ਕੀਤੀ ਹੈ ਤੇ ਤਨੋ ਮਨੋ ਹੋ ਕੇ ਕੀਤੀ ਹੈ। ਜਿਹੜਾ ਕੰਮ ਇੰਨੀ ਲਗਨ ਨਾਲ ਕੀਤਾ ਜਾਵੇ ਉਸ ਵਿੱਚ ਕਾਮਯਾਬੀ ਤਾਂ ਲਾਜ਼ਮੀ ਹੁੰਦੀ ਹੀ ਹੈ। ਇਸ ਵਿੱਚ ਲਗਭਗ ਇਹ ਕਾਮਯਾਬ ਹੋ ਹੀ ਗਏ ਹਨ ਤੇ ਜਿਸ ਤਰ੍ਹਾਂ ਇਹਨਾਂ ਨੇ 2600 ਸਾਲ ਦੇ ਬਣੇ ਹੋਏ ਪਹਿਲੇ 2 ਧਰਮ ਜੈਨੀ ਤੇ ਬੋਧੀ ਨਿਕਲੇ ਹਨ, ਇਸੇ ਤਰ੍ਹਾਂ ਹੀ ਸਿੱਖੀ ਨੂੰ ਵੀ ਨਿਕਲ ਗਏ ਹਨ। ਜਵਾਹਰ ਲਾਲ ਨਹਿਰੂ ਆਗਰੇ ਦੇ ਪਾਗਲਖਾਨੇ 1947 ਵਿੱਚ ਪਾਕਿਸਤਾਨ ਤੋਂ ਲਿਆਂਦੇ ਹਿੰਦੂ ਪਾਗਲਾਂ ਨੂੰ ਵੇਖਣ ਗਏ। ਡਾਕਟਰ ਨੇ ਇੱਕ ਪਾਗਲ ਨਾਲ ਪੰਡਤ ਜੀ ਦੀ ਜਾਣ ਪਛਾਣ ਕਰਾਈ ਕਿ ਇਹ ਪ੍ਰਧਾਨ ਮੰਤਰੀ ਸਾਹਿਬ ਹਨ। ਉਸ ਪਾਗਲ ਨੇ ਆਪਣੇ ਹੱਥ ਦੀ ਮੁੱਠੀ ਵੱਟ ਕੇ ਕਿਹਾ, ਆ ਲੋ ਜੀ ਮੂੜਾ, ਬਹਿ ਜਾਓ। ਉਸ ਪਾਗਲ ਨੂੰ ਇਹ ਤਾਂ ਪਤਾ ਸੀ ਕਿ ਜਦੋਂ ਕੋਈ ਘਰ ਆਵੇ ਤਾਂ ਉਸ ਨੂੰ ਬੈਠਣ ਲਈ ਮੂੜਾ ਦੇਈਦਾ, ਪਰ ਉਸ ਕੋਲ ਮੂੜਾ ਹੈ ਹੀ ਨਹੀਂ ਸੀ, ਦੇਣਾ ਕੀ। ਸਿੱਖਾਂ ਦਾ ਰਾਜ ਕਰੇਗਾ ਖਾਲਸਾ ਵੀ ਉਸ ਮੂੜੇ ਵਰਗਾ ਹੀ ਹੈ।
ਜਿਹੜਾ ਹੈ ਨਹੀਂ, ਸਿਰਫ ਦਿਮਾਗ ਵਿੱਚ ਹੀ ਸਿਰਜ ਲਿਆ ਗਿਆ ਹੈ। ਜਦੋਂ ਰਾਜ ਕਰਨ ਲਈ ਨਹੁੰ ਤੇ ਪਾਉਣ ਜੋਗੀ ਵੀ ਭੋਏ ਨਹੀਂ ਤਾਂ ਰਾਜ ਕਰਨਾ ਕਿੱਥੇ ਹੈ। ਇਹ ਦਿਮਾਗ ਦੀ ਸਿਰਜੀ ਹੋਈ ਹੀ ਇੱਕ ਕਲਪਨਾ ਹੈ। ਇੱਕ ਪਾਸੇ ਸਿੱਖ ਰਾਜ ਕਰਨ ਲਈ ਲਲਾਇਤ ਹੈ, ਸਰਪੰਚੀ, ਨੰਬਰਦਾਰੀ, ਮੈਂਬਰੀ, ਬੋਰਡਾਂ ਦੀ ਮੈਂਬਰੀ, ਚੇਅਰਮੈਨੀ, ਗੁਰਦੁਆਰੇ ਦੀ ਪ੍ਰਧਾਨਗੀ, ਇਹ ਸਭ ਰਾਜ ਦੀਆਂ ਲਾਲਸਾਵਾਂ ਹੀ ਹਨ। MLA, MP, ਮੰਤਰੀ ਸਭ ਰਾਜਿਆਂ ਦੇ ਹੀ ਲਕਬ ਹਨ, ਜਿਨ੍ਹਾਂ ਲਈ ਸਿੱਖ ਲੱਖਾਂ ਰੁਪਏ ਰੋੜ ਦਿੰਦੇ ਹਨ। ਗੁਰਦੁਆਰਾ ਇਸ ਕਰਕੇ ਨਹੀਂ ਬਣਾਉਂਦੇ ਕਿ ਉਹ ਕਈ ਪੁੰਨ ਖੱਟਣਾ ਚਾਹੁੰਦੇ ਹਨ, ਸਗੋਂ ਇਸ ਲਈ ਬਣਾਉਂਦੇ ਹਨ ਕਿ ਉਸ ਦਾ ਪ੍ਰਧਾਨ ਬਣਿਆ ਜਾ ਸਕੇ। ਇਹੋ ਜਿਹੀ ਸੱਤਾ ਦੀ ਲਾਲਚੀ ਕੌਮ ਨਿਸ਼ਚੇ ਹੀ ਰਾਜ ਕਰਨ ਲਈ ਲਲਾਇਤ ਹੈ, ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਆਜ਼ਾਦ ਖੁਦਮੁਖਤਿਆਰ ਸਿੱਖ ਰਾਜ ਨਹੀਂ ਬਣ ਸਕਦਾ। ਇਸ ਲਈ ਉਹਨਾਂ ਰਾਜ ਕਰਨ ਦਾ ਇੱਕ ਵੱਖਰਾ ਰਾਹ ਲੱਭ ਲਿਆ ਹੈ ਤੇ ਉਹ ਹੈ ਸਿੱਖੀ ਦਾ ਵਿਰੋਧ। ਇਸ ਨਾਲ ਉਹਨਾਂ ਨੂੰ ਉਹਨਾਂ ਵਰਗੇ ਹੋਰ ਸਿੱਖਾਂ ਦੇ ਵੋਟਾਂ ਨਾਲ ਹਿੰਦੂਆਂ ਦੇ ਵੋਟ ਵੀ ਮਿਲ ਜਾਂਦੇ ਹਨ ਤੇ ਉਹ ਰਾਜ ਦੀ ਕੁਰਸੀ ਤੇ ਜਾ ਬੈਠਦੇ ਹਨ। ਇਹ ਕੁਰਸੀ ਭਾਵੇਂ ਪੂਰੀ ਕੌਮ ਲਈ ਗੁਲਾਮੀ ਹੋ ਨਿਬੜਦੀ ਹੈ, ਪਰ ਫਿਰ ਵੀ ਉਹ ਰਾਜ ਕਰਨ ਦਾ ਮਜ਼ਾ ਤਾਂ ਲੈ ਹੀ ਲੈਂਦੇ ਹਨ, ਜਿਹੜਾ ਕਿ ਸਿੱਖ ਰਹਿ ਕੇ ਉਹਨਾਂ ਨੂੰ ਨਹੀਂ ਮਿਲ ਸਕਦਾ। ਅੱਜ ਜਿਹੜਾ ਸਿੱਖ ਇਹ ਸਮਝਦਾ ਹੈ ਕਿ ਉਹ ਆਜ਼ਾਦ ਹੈ, ਉਹ ਬੇਵਕੂਫ ਤਾਂ ਹੈ ਹੀ, ਸਗੋਂ ਪਾਗਲ ਵੀ ਹੈ। ਕੋਈ ਸਿੱਖ ਜਿੰਨਾ ਮਰਜ਼ੀ ਪੇਮੀ ਦਾ ਨਿਆਣਾ ਬਣੀ ਜਾਵੇ, ਉਹ ਭਾਰਤ ਦੀ ਸਰਕਾਰ ਭਾਵੇਂ ਉਹ ਕਿਸੇ ਵੀ ਪਾਰਟੀ ਦੀ ਹੋਵੇ ਦੀ ਨਜ਼ਰ ਵਿੱਚ ਸ਼ੱਕੀ ਹੀ ਰਹੇਗਾ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮੁਸਲਮਾਨ ਵੀ ਕੁਰਾਨ ਸਿਰ ਤੇ ਚੁੱਕ ਕੇ ਕਸਮ ਖਾਵੇ ਕਿ ਮੈਂ ਭਾਰਤ ਦਾ ਵਫਾਦਾਰ ਹਾਂ, ਪਰ ਭਾਰਤ ਦੇ ਹਿੰਦੂਆਂ ਲਈ ਉਹ ਕਤਈ ਮੰਨਣ ਯੋਗ ਗੱਲ ਨਹੀਂ। ਪੰਜਾਬ ਤੋਂ ਬਾਹਰ ਦੇ ਸਿੱਖ ਤਾਂ ਆਪਣੇ ਆਪ ਦਾ ਹਿੰਦੂਕਰਨ ਕਰ ਹੀ ਚੁੱਕੇ ਹਨ। ਪੰਜਾਬ ਦੇ ਸਿੱਖਾਂ ਦੀ ਹਾਲਤ ਵੀ ਹੋਰ 5-7 ਸਾਲ ਤੱਕ ਉਸੇ ਤਰ੍ਹਾਂ ਦੀ ਹੀ ਹੋ ਜਾਵੇਗੀ। ਹੁਣ ਵੀ 50% ਸਿੱਖ ਤਾਂ ਪਾਣੀ ਬਣ ਹੀ ਚੁੱਕਾ ਹੈ। ਬਾਕੀਆਂ ਨੂੰ ਵੀ ਹੁਣ ਬਹੁਤੀ ਦੇਰ ਨਹੀਂ ਲੱਗਣੀ। ਆਉਣ ਵਾਲੇ ਸਮੇਂ ਵਿੱਚ ਭਾਰਤ ਵਿੱਚ ਸਿੱਖਾਂ ਦਾ ਰਹਿਣਾ ਬਹੁਤ ਮੁਸ਼ਕਲ ਹੋ ਜਾਵੇਗਾ। ਦਿੱਲੀ ਦਾ ਸਿੱਖ ਹਿੰਦੂ ਧਰਮ ਦੇ ਬਹੁਤ ਨੇੜੇ ਪਹੁੰਚ ਚੁੱਕਾ ਹੈ। ਉਹ ਸ਼ਕਲ ਤੋਂ ਹੀ ਸਿੱਖ ਹੈ, ਰੀਤੀ ਰਿਵਾਜਾਂ ਵਿੱਚ ਦਿੱਲੀ ਤੇ ਹੋਰ ਸੂਬਿਆਂ ਦਾ ਸਿੱਖ ਉਹੀ ਕਰਦਾ ਹੈ ਜੋ ਹਿੰਦੂ ਧਰਮ ਵਾਲੇ ਉਸ ਦੇ ਗੁਆਂਢੀ ਕਰਦੇ ਹਨ। ਹੁਣ ਪੰਜਾਬ ਦਾ ਸਿੱਖ ਵੀ ਨਿਗਰ ਗਿਆ ਹੈ। ਮੈਂ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਸਰਦਾਰ ਕੁਲਦੀਪ ਸਿੰਘ ਜੀ ਨੂੰ ਮਿਲਣ ਚੰਡੀਗੜ੍ਹ ਗਿਆ। ਮੇਰੇ ਨਾਲ 3 ਸਿੰਘ ਹੋਰ ਵੀ ਸਨ। ਸਿੱਖ ਦੇ ਨਿਗਲੇ ਜਾਣ ਦੀ ਗੱਲ ਚੱਲੀ ਤਾਂ ਜੱਜ ਸਾਹਿਬ ਨੇ ਕਿਹਾ, ਨਿਗਲੇ ਹੀ ਚੱਲੇ ਹਨ, ਕੱਲ ਕਰਵਾ ਚੌਥ ਦਾ ਵਰਤ ਸੀ। 80% ਸਿੱਖ ਔਰਤਾਂ ਨੇ ਚੰਡੀਗੜ੍ਹ ਦੇ ਗੁਰਦੁਆਰਿਆਂ ਵਿੱਚ ਕਰਵੜਾ ਵਟਾਇਆ ਹੈ। ਦੀਵਾਲੀ ਤੋਂ 3 ਦਿਨ ਪਹਿਲਾਂ ਅਲਫਾ ਟੀਵੀ ਦੀ ਇੱਕ ਪੱਤਰਕਾਰ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਖਲੋ ਕੇ ਦੀਵਾਲੀ ਦੇ ਸਬੰਧ ਵਿੱਚ ਉੱਥੇ ਆਏ ਸ਼ਰਧਾਲੂਆਂ ਨੂੰ ਸਵਾਲ ਪੁੱਛੇ ਤਾਂ ਬਹੁਤੇ ਲੋਕਾਂ ਨੂੰ ਇਹ ਤਾਂ ਪਤਾ ਸੀ ਕਿ ਦਾਲ ਰੋਟੀ ਘਰ ਦੀ, ਦੀਵਾਲੀ ਅੰਮ੍ਰਿਤਸਰ ਦੀ, ਪਰ 75% ਲੋਕਾਂ ਨੂੰ 10 ਗੁਰੂਆਂ ਦੇ ਨਾਂ ਨਹੀਂ ਸਨ ਆਉਂਦੇ। ਬੱਚਿਆਂ ਵਿੱਚੋਂ ਤਾਂ 100% ਨੂੰ ਹੀ 10 ਗੁਰੂਆਂ ਦਾ ਪਤਾ ਨਹੀਂ ਸੀ। ਕਈ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦੇ ਸਨ। ਸਿੱਖ ਹਰ ਰੋਜ਼ ਅਰਦਾਸ ਕਰਦੇ ਹਨ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਆਕੀ ਹੋਣ ਦੀ ਗੱਲ ਕਰੀਏ ਤਾਂ ਅੱਜ ਭਾਰਤ ਦਾ ਕੋੜਾ, ਮੰਗਤਾ, ਦੱਲਾ ਤੇ ਹਰ ਰਿਹਾ ਖਿਆ ਬੰਦਾ ਵੀ ਸਿੱਖਾਂ ਤੋਂ ਆਕੀ ਹੈ। ਸਿੱਖ ਤਾਂ ਅੱਜ ਦੜ ਵੱਟ ਕੇ ਦਿਨ ਕੱਟ ਰਿਹਾ ਹੈ। ਕਿਸੇ ਸਿੱਖ ਦੀ ਵੀ ਅੱਜ ਇਹ ਜੁਰਤ ਹੈ ਕਿ ਉਹ ਕਿਸੇ ਹੱਕੀ ਗੱਲ ਵਾਸਤੇ ਕਿਸੇ ਅੱਗੇ ਅੜੇ। ਉਹ ਫਿਰੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ ਵਾਂਗ ਸਿੱਖ ਕਹਿੰਦੇ ਹਨ ਅਸੀਂ ਵੱਖਰੀ ਕੌਮ ਹਾਂ। ਦੇਸ਼ ਦੇ ਮਾਲਕ ਕਹਿੰਦੇ ਹਨ ਤੁਸੀਂ ਵੀ ਸਾਡੇ ਵਾਂਗ ਰਾਮਚੰਦਰ ਦੀ ਔਲਾਦ ਹੋ। ਰਾਮਚੰਦਰ ਤਾਂ ਕੀ, ਅਗਾਂਹ ਉਹਦੀ ਵੀ ਔਲਾਦ ਦੀ ਔਲਾਦ ਹੋ। ਪਹਿਲੇ ਸਿੱਖ ਮਾਯੂਸ ਹੋ ਕੇ ਸਿੱਖੀ ਛੱਡੀ ਜਾਂਦੇ ਹਨ। ਝਾਂਗੀ ਹਿੰਦੂ ਖੱਤਰੀਆਂ ਦੀ ਨਵੀਂ ਪੀੜ੍ਹੀ ਰਾਸ਼ਟਰੀ ਸਿੱਖ ਸੰਗਤ ਦੇ ਰੂਪ ਵਿੱਚ ਸਿੱਖੀ ਵਿੱਚ ਪ੍ਰਵੇਸ਼ ਕਰੀ ਜਾਂਦੀ ਹੈ। ਇਸ ਤਰ੍ਹਾਂ ਸਿੱਖੀ ਦਾ ਨਵੀਨੀਕਰਨ ਉਹਨਾਂ ਦੀ ਹਵਸ ਬੰਸ਼ਾ ਹੋ ਗਿਆ ਹੈ ਤੇ ਨਵੇਕਲੀ ਤੇ ਬਿਲਕੁਲ ਵੱਖਰੀ ਕੌਮ ਹਿੰਦੂ ਸਮਾਜ ਦਾ ਅੰਗ ਬਣ ਗਈ ਹੈ। ਜਿਹੜੀ ਰਾਸ਼ਟਰੀ ਸਿੱਖ ਸੰਗਤ ਅੱਜ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਮਹਾਰਾਣਾ ਪ੍ਰਤਾਪ ਤੇ ਸ਼ਿਵਾਜੀ ਮਰਾਠਾ ਨਾਲ ਲਾਉਂਦੀ ਹੈ, ਕੱਲ ਨੂੰ ਪਹਾੜੀ ਰਾਜੇ ਭੀਮ ਚੰਦ ਤੇ ਹਰੀ ਚੰਦ ਹੰਡੂਰੀਏ ਨਾਲ ਕਿਉਂ ਨਹੀਂ ਲਾਵੇਗੀ? ਇਸ ਗੱਲ ਦੀ ਸਿੱਖਾਂ ਕੋਲ ਕੀ ਗਰੰਟੀ ਹੈ?
ਜਦੋਂ ਸ਼ਿਵਾਜੀ ਮਰਹੱਟਾ ਨੇ ਰਾਜਗੱਦੀ ਤੇ ਬੈਠਣਾ ਸੀ ਤਾਂ ਸ਼ੂਦਰ ਹੋਣ ਕਰਕੇ ਕੋਈ ਵੀ ਪੰਡਤ ਉਸ ਨੂੰ ਹੱਥ ਨਾਲ ਰਾਜ ਤਿਲਕ ਦੇਣ ਨੂੰ ਤਿਆਰ ਨਹੀਂ ਸੀ। ਇੱਕ ਪੰਡਤ ਨੇ ਖੱਬੇ ਪੈਰ ਦੇ ਅੰਗੂਠੇ ਨਾਲ ਸ਼ਿਵਾਜੀ ਦੇ ਮੱਥੇ ਤੇ ਰਾਜ ਤਿਲਕ ਲਾਇਆ ਸੀ, ਪਰ ਅੱਜ ਸਿੱਖਾਂ ਨੂੰ ਨੀਵਾਂ ਵਿਖਾਉਣ ਵਾਸਤੇ ਉਸੇ ਹੀ ਸ਼ਿਵਾਜੀ ਮਰਹੱਟੇ ਦੀ ਫੋਟੋ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਰਾਬਰ ਲਾ ਕੇ ਸਿੱਖਾਂ ਨੂੰ ਜਲੀਲ ਕਰਨ ਦੀ ਚਾਲ ਚੱਲੀ ਆ ਰਹੀ ਹੈ। ਨਹੀਂ ਤਾਂ ਸ਼ਿਵਾਜੀ ਮਰਹੱਟਾ ਤੇ ਰਾਣਾ ਪ੍ਰਤਾਪ ਗੁਰੂ ਜੀ ਦੇ ਸਾਹਮਣੇ ਸ਼ੈ ਹੀ ਕੀ ਹਨ। ਜੇ ਰਾਸ਼ਟਰੀ ਸਿੱਖ ਸੰਗਤ ਪੱਕੀ ਝੱਲੀ ਪਿੰਡ ਦੇ ਰੇਸ਼ਮ ਸਿੰਘ ਨਾਂ ਦੇ ਸਾਧ ਨੂੰ ਜੁੱਤੀਆਂ ਸਮੇਤ ਗੁਰਦੁਆਰਾ ਟਿੱਬੀ ਸਾਹਿਬ ਵਿੱਚ ਭੇਜ ਸਕਦੀ ਹੈ, ਗੁਰੂ ਗੋਬਿੰਦ ਸਿੰਘ ਵਾਂਗ ਉਸ ਸਾਧ ਕੋਲੋਂ 5 ਪਿਆਰੇ ਬਣਵਾ ਕੇ ਅੰਮ੍ਰਿਤ ਛਕਵਾ ਸਕਦੀ ਹੈ, ਨਾਨਕ ਸਰੀਏ ਸਾਧ ਗੁਰਬਖਸ਼ ਸਿੰਘ ਲੱਡੂ ਕੋਲੋਂ ਬੁੱਤ ਛਕਣ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਬੁੱਤ ਬਣਵਾ ਸਕਦੀ ਹੈ, ਤਾਂ ਹੋਰ ਕੀ ਨਹੀਂ ਕਰਵਾ ਸਕਦੀ। ਕਿਸੇ ਵੇਲੇ ਗੁਰੂ ਜੀ ਦੇ ਬੋਲ ਚਿੜੀਓਂ ਸੇ ਮੈਂ ਬਾਜ ਤੋੜਾਊਂ ਤਬੇ ਗੋਬਿੰਦ ਸਿੰਘ ਨਾਮ ਕਹਾਊਂ ਦੀ ਥਾਂ ਕਿਹਾ ਜਾਏਗਾ ਗੋਬਿੰਦ ਸਿੰਘ ਕਾ ਬੁੱਤ ਬਣਵਾਊਂ ਜੁੱਤੀਆਂ ਸਮੇਤ ਗੁਰਦੁਆਰੇ ਜਾਊਂ ਤਬੇ ਰਾਸ਼ਟਰੀ ਸਿੱਖ ਸੰਗਤ ਅਖਵਾਊਂ। ਇਸ ਮੁਕਾਮ ਤੱਕ ਪਹੁੰਚਣ ਲਈ ਹੋਰ ਕਿੰਨੀ ਕੋ ਦੇਰ ਲੱਗੇਗੀ, ਬਸ ਮੁਕਾਮ ਨੇੜੇ ਹੀ ਹੈ। ਸਿੱਖ ਆਪਣੀ ਆਜ਼ਾਦ ਹੋਂਦ ਇੱਕ ਕੌਮ ਦੀ ਲੜਾਈ ਤਾਂ ਉਸੇ ਦਿਨ ਹੀ ਹਾਰ ਗਏ ਸਨ ਜਿਸ ਦਿਨ ਨਵੇਂ ਬਣੇ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਹੀ ਐਲਾਨ ਕਰ ਦਿੱਤਾ ਗਿਆ ਸੀ। ਪਰ ਗਿਆਨੀ ਪੂਰਨ ਸਿੰਘ ਨੇ ਤਾਂ ਬਤੌਰ ਜਥੇਦਾਰ ਅਕਾਲ ਤਖਤ ਇਹ ਬਿਆਨ ਦੇ ਕੇ ਕਿ ਸਿੱਖ ਲਵ ਕੁਸ਼ ਦੀ ਔਲਾਦ ਹਨ, ਪਿਛਲੇ ਸਾਰੇ ਸੰਘਰਸ਼ ਵਿੱਚ ਹੋਈਆਂ ਸ਼ਹੀਦੀਆਂ ਤੇ ਹੀ ਪਾਣੀ ਫੇਰ ਦਿੱਤਾ ਹੈ। ਉਸ ਦੇ ਇਸ ਕਥਨ ਬਾਰੇ ਬਾਕੀ ਜਥੇਦਾਰਾਂ ਨੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ, ਸਗੋਂ ਇੱਕ ਪ੍ਰਸਿੱਧ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾਂ ਦੀਆਂ ਪੁਸਤਕਾਂ ਤੇ ਪਾਬੰਦੀ ਲਾ ਕੇ ਇਹਨਾਂ ਜਥੇਦਾਰਾਂ ਨੇ ਸਿੱਧ ਹੀ ਕਰ ਦਿੱਤਾ ਹੈ ਕਿ ਦਸਮ ਗ੍ਰੰਥ ਵਿੱਚ ਬ੍ਰਾਹਮਣ ਨੇ ਜੋ ਰਲਾ ਪਾਇਆ ਹੈ ਉਹ ਸਿੱਖ ਕੌਮ ਨੂੰ ਪ੍ਰਵਾਨ ਹੈ ਤੇ ਕਿਸੇ ਕਿਸਮ ਦੀ ਹੀਲ ਹੁਜਤ ਬਗੈਰ ਬ੍ਰਾਹਮਣੀ ਸਾਹਿਤ ਸਵੀਕਾਰਨਾ ਪਵੇਗਾ। ਸਿੱਖ ਗੁਰੂਆਂ ਨੇ ਅਖੌਤੀ ਹਿੰਦੂ ਦੇਵਤਿਆਂ ਤੇ ਅਵਤਾਰਾਂ ਨਾਲ ਲੀਕ ਖਿੱਚ ਦਿੱਤੀ ਸੀ, ਪਰ ਉਹਨਾਂ ਦੇ ਸਿੱਖ ਆਪਣੇ ਗੁਰੂਆਂ ਵਾਲੇ ਪਾਸੇ ਖਲੋਣ ਦੀ ਥਾਂ ਭੱਜ ਭੱਜ ਕੇ ਉਹਨਾਂ ਹਿੰਦੂ ਅਵਤਾਰਾਂ ਤੇ ਦੇਵਤਿਆਂ ਨਾਲ ਹੀ ਖਲੋਂਦੇ ਹਨ ਜਿਨ੍ਹਾਂ ਨਾਲ ਗੁਰੂਆਂ ਨੇ ਸਪਸ਼ਟ ਲੀਕ ਖਿੱਚੀ ਸੀ ਤੇ ਕਿਹਾ ਸੀ ਹਮਰਾ ਝਗੜਾ ਰਹਾ ਨਾ ਕੋ ਪੰਡਤ ਮੁੱਲਾ ਛਾੜੇ ਦੋ। ਪੰਜਾਬ ਦੇ ਹਿੰਦੂ ਨੇ ਤਾਂ ਇਹ ਵੀ ਸਹੁੰ ਖਾ ਲਈ ਹੈ ਕਿ ਉਸ ਨੇ ਹਿੰਦੁਸਤਾਨ ਦੀ ਹਰ ਜਾਇਜ਼ ਨਾਜਾਇਜ਼ ਗੱਲ ਨੂੰ ਠੀਕ ਹੀ ਕਹਿਣਾ ਹੈ ਤੇ ਕਿਸੇ ਗਲਤ ਗੱਲ ਲਈ ਵੀ ਭਾਰਤ ਦੀ ਆਲੋਚਨਾ ਨਹੀਂ ਕਰਨੀ, ਸਗੋਂ ਹਰ ਹਾਲਤ ਵਿੱਚ ਸਿੱਖੀ ਦਾ ਵਿਰੋਧ ਕਰਨਾ ਹੈ। ਜਦੋਂ ਇੰਦਰਾ ਗਾਂਧੀ ਦੀ ਸਰਕਾਰ ਨੇ 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਅਕਾਲ ਤਖਤ ਢਾਹ ਕੇ ਹਜ਼ਾਰਾਂ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਤੇ ਸਿੱਖ ਮਾਨਸਿਕਤਾ ਨੂੰ ਲਹੂ ਲੁਹਾਨ ਕੀਤਾ, ਤਾਂ ਮਲਮ ਲਾਉਣ ਦੀ ਗੱਲ ਵੀ ਸਰਕਾਰ ਨੇ ਇਹਨਾਂ ਹਿੰਦੂਆਂ ਦੇ ਮੂੰਹੋਂ ਹੀ ਅਖਵਾਈ ਤੇ ਇਸ ਗੱਲ ਦਾ ਅਖਬਾਰਾਂ ਤੇ ਟੀਵੀ ਵਗੈਰਾ ਮੀਡੀਆ ਤੇ ਇੰਨਾ ਪ੍ਰਚਾਰ ਕੀਤਾ ਕਿ ਸਿੱਖ ਬੌਂਦਲ ਗਏ। ਸਿੱਖਾਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਹ ਹਿੰਦੂਆਂ ਪ੍ਰਤੀ ਆਪਣੇ ਮਨ ਵਿੱਚ ਕੀ ਵਿਚਾਰ ਬਣਾਉਣ। ਇੱਕ ਪਾਸੇ ਤਾਂ ਮੀਡੀਆ ਕਹਿੰਦਾ ਸੀ ਅੱਤਵਾਦ ਨੂੰ ਸਖਤੀ ਨਾਲ ਕੁਚਲ ਦਿਓ, ਜਿਸ ਦਾ ਮਤਲਬ ਸੀ ਕਿ ਸਿੱਖਾਂ ਨੂੰ ਹੋਰ ਮਾਰੋ, ਤੇ ਦੂਜੇ ਪਾਸੇ ਕਹਿੰਦਾ ਸੀ ਕਿ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਹੈ। ਇੱਕ ਕੁੱਤਾ ਕਿਸੇ ਘਰ ਆਏ ਬੰਦੇ ਨੂੰ ਜ਼ੋਰ-ਜ਼ੋਰ ਨਾਲ ਮੂੰਹੋਂ ਭੌਂਕੀ ਵੀ ਜਾ ਰਿਹਾ ਸੀ ਤੇ ਨਾਲ-ਨਾਲ ਪੂਛ ਵੀ ਹਿਲਾ ਰਿਹਾ ਸੀ। ਘਰ ਵਾਲੇ ਨੇ ਕਿਹਾ ਡਰੋ ਨਹੀਂ, ਕੁਛ ਨਹੀਂ ਕਹਿੰਦਾ। ਬੰਦੇ ਨੇ ਅੱਗੋਂ ਪੁੱਛਿਆ ਮੈਂ ਇਹਦੇ ਮੂੰਹ ਦਾ ਇਤਬਾਰ ਕਰਾਂ ਕਿ ਇਹਦੀ ਪੂਛ ਦਾ। ਬਸ ਇਹੋ ਹਾਲ ਉਦੋਂ ਸਿੱਖਾਂ ਦਾ ਸੀ, ਪਰ ਅਸਲ ਵਿੱਚ ਇਹ ਵੀ ਚਾਣਕੀਆ ਨੀਤੀ ਹੈ। ਭਾਵੇਂ ਰਹਿਣਾ ਤਾਂ ਸਿੱਖ ਵੀ ਹਿੰਦੁਸਤਾਨ ਨਾਲ ਹੀ ਚਾਹੁੰਦੇ ਹਨ, ਪਰ ਪੰਜਾਬੀ ਹਿੰਦੂ ਕਹਿੰਦਾ ਹੈ ਤੁਹਾਨੂੰ ਜੁੱਤੀ ਨਾਲ ਥੱਲੇ ਰੱਖਣਾ ਹੈ। ਸਿੱਖ ਇਸ ਤਰ੍ਹਾਂ ਵੀ ਰਹਿਣ ਲਈ ਲਗਭਗ ਤਿਆਰ ਹੀ ਹਨ, ਪਰ ਹੁਣ ਉਹਨਾਂ ਦਾ ਵਿਚਾਰ ਇਸ ਤੋਂ ਅੱਗੇ ਹੈ। ਪੰਜਾਬ ਦਾ ਹਿੰਦੂ ਚਾਹੁੰਦਾ ਹੈ ਕਿ ਉਹ ਸ਼ਹਿਰਾਂ ਤੱਕ ਸੀਮਤ ਨਾ ਰਹਿ ਕੇ ਪਿੰਡਾਂ ਤੱਕ ਵੀ ਆਪਣੇ ਧਰਮ ਵਿੱਚ ਆਪਣੇ ਹੀ ਚੌਥੇ ਵਰਨ ਨੂੰ ਪਹਿਲਾਂ ਵਾਂਗ ਆਪਣੇ ਗੁਲਾਮ ਬਣਾ ਕੇ ਰੱਖੇ। ਹਿੰਦੂ ਨੇ ਸ਼ੂਦਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ, ਪਰ ਸਿੱਖ ਨੇ ਤਾਂ ਆਪਣੇ ਧਰਮ ਦੀ ਨੀਂਹ ਹੀ 4 ਦਰਵਾਜ਼ੇ ਖੁੱਲੇ ਰੱਖ ਕੇ ਕੀਤੀ ਹੈ। ਦਰਬਾਰ ਸਾਹਿਬ ਦਾ ਨੀਂਹ ਪੱਥਰ ਵੀ ਇੱਕ ਮੁਸਲਮਾਨ ਫਕੀਰ ਨੇ ਰੱਖਿਆ, ਜਿਸ ਮੁਸਲਮਾਨ ਧਰਮ ਨੂੰ ਹਿੰਦੂ ਮਲੇਸ਼ ਕਹਿੰਦੇ ਹਨ, ਪਰ ਆਪ ਇਹਨਾਂ ਮਲੇਸ਼ਾਂ ਨੂੰ ਉਹ ਕੁੜੀਆਂ ਦੇ ਰਿਸ਼ਤੇ ਵੀ ਕਰਦੇ ਰਹੇ ਹਨ।
ਭਾਰਤ ਵਿੱਚ ਰਹਿ ਕੇ ਮਨੂ ਦਾ ਬਣਾਇਆ ਜਾਤ ਪਾਤ ਦਾ ਵਿਧਾਨ ਤੋੜਨਾ ਉਹਨਾਂ ਨੂੰ ਪਸੰਦ ਨਹੀਂ। ਇਸੇ ਲਈ ਹੀ ਅੰਗਰੇਜ਼ਾਂ ਦੀ ਗੁਲਾਮੀ ਤਾਂ ਸਾਰੇ ਹਿੰਦੁਸਤਾਨ ਨੇ ਹੰਢਾਈ, ਪਰ ਹਿੰਦੂਆਂ ਦੀ ਗੁਲਾਮੀ ਸਿੱਖਾਂ ਸਮੇਤ ਸਾਰੀਆਂ ਘੱਟ ਗਿਣਤੀਆਂ ਨੂੰ ਹੰਢਾਉਣੀ ਪੈ ਰਹੀ ਹੈ। ਜੇ ਕੋਈ ਬੰਦਾ ਜੇਲ੍ਹ ਵਿੱਚ ਹੋਵੇ ਤਾਂ ਆਪਣੇ ਆਪ ਨੂੰ ਕੈਦੀ ਸਮਝ ਕੇ ਆਪਣੇ ਮਨ ਨੂੰ ਸਮਝਾ ਸਕਦਾ ਹੈ, ਪਰ ਜੇ ਕੋਈ ਹੋਵੇ ਵੀ ਜੇਲੋਂ ਬਾਹਰ ਤੇ ਹੋਵੇ ਵੀ ਕੈਦੀ, ਫਿਰ ਕਿਸੇ ਦੇ ਸਮਝਾਇਆ ਉਹਦਾ ਮਨ ਇਹ ਨਹੀਂ ਸਮਝ ਸਕਦਾ ਕਿ ਉਹ ਕੈਦੀ ਨਹੀਂ। ਸਿੱਖਾਂ ਨਾਲ ਵੀ ਕੋਈ ਐਸਾ ਹੀ ਹੈ। ਸਿੱਖਾਂ ਤੇ ਜਿੰਨਾ ਜ਼ੁਲਮ ਹਿੰਦੂ ਰਾਜ ਦੇ ਭੂਏ ਚੜਾਏ ਹੋਏ ਸਿੱਖ ਪੁਲਿਸ ਅਫਸਰਾਂ ਨੇ ਕੀਤਾ ਹੈ, ਉਹਨਾਂ ਕਿਸੇ ਹੋਰ ਨੇ ਨਹੀਂ ਕੀਤਾ, ਕਿਉਂਕਿ ਗੁਲਾਮ ਮਾਨਸਿਕਤਾ ਦੇ ਲੋਕ ਹੋਰ ਲੋਕਾਂ ਨੂੰ ਗੁਲਾਮ ਬਣਾਉਣ ਦਾ ਜ਼ਿੰਮਾ ਵੀ ਆਪਣੇ ਆਪ ਹੀ ਲੈ ਲੈਂਦੇ ਹਨ। ਗੋਲੇ ਕਬੂਤਰ ਜਿਨ੍ਹਾਂ ਨੂੰ ਆਜ਼ਾਦੀ ਤੇ ਗੁਲਾਮੀ ਦਾ ਮਨੁੱਖਾਂ ਵਾਂਗ ਗਿਆਨ ਨਹੀਂ, ਉਹ ਵੀ ਹੋਰ ਕਬੂਤਰਾਂ ਨੂੰ ਆਪਣੇ ਨਾਲ ਗੁਲਾਮ ਬਣਾਉਣ ਦਾ ਕਰਤੱਵ ਨਿਭਾਉਂਦੇ ਹਨ। ਅਸਮਾਨ ਵਿੱਚ ਫਿਰਦੇ ਹੋਰ ਕਬੂਤਰਾਂ ਨੂੰ ਵੀ ਉਹ ਆਪਣੇ ਮਾਲਕ ਦੀਆਂ ਬਖਸ਼ਿਸ਼ਾਂ ਦੱਸ ਕੇ ਪੁਚਲਾਉਂਦੇ ਤੇ ਅਖੀਰ ਲਾਲਚੀ ਸੁਭਾਅ ਦੀ ਫਿਤਰਤ ਉਹਨਾਂ ਨੂੰ ਵੀ ਗੁਲਾਮੀ ਲਈ ਰਾਜ਼ੀ ਕਰ ਲੈਂਦੀ ਹੈ। ਕਿਤਾਬ ਤੇ ਸਿੱਖ ਵੀ ਨਿਗਲਿਆ ਗਿਆ। ਲੇਖਕ ਕੁਲਬੀਰ ਸਿੰਘ ਕੌੜਾ। ਭਾਗ ਚੌਥਾ। ਆਵਾਜ਼ ਭਾਈ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਵਾਸਤੇ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।